ਅੱਜ ਦੀ ਕਲਾਸ ਸਟਾਰਟ ਕਰਦੇ ਹਾਂ ਆਪਾਂ ਅਕਵਾਇਰਡ ਇਮਿਊਨਿਟੀ ਦੀ ਗੱਲ ਕਰਦੇ ਸੀ। ਅਕਵਾਇਰਡ ਇਮਿਊਨਿਟੀ ਦੇ ਵਿੱਚ ਆਪਾਂ ਲਾਸਟ ਕਲਾਸ 'ਚ ਆਪਾਂ ਕਰਿਆ ਸੀ ਆਪਾਂ ਲਿੰਫੋਇਡ ਟਿਸ਼ੂ, ਲਿੰਫੋਇਡ ਆਰਗਨ, ਸਪੈਸ਼ਲਾਈਜ਼ਡ ਸੈੱਲ, ਸੋਲੂਬਲ ਮੋਲੀਕੂਲ ਲਾਈਕ ਐਂਟੀਬੋਡੀਜ਼। ਅੱਜ ਆਪਣਾ ਜੋ ਹੈ ਲਿੰਫੋਇਡ ਆਰਗਨ ਆਪਾਂ ਕਰ ਲਏ ਸੀ ਕੱਲ, ਲਿੰਫੋਇਡ ਟਿਸ਼ੂ ਬਾਰੇ ਵੀ ਦੱਸਤਾ ਸੀ, ਔਰ ਲਿੰਫ ਨੋਡ, ਸਪਲੀਨ ਜੋ ਸੈਕੰਡਰੀ ਲਿੰਫੋਇਡ ਆਰਗਨ ਦੇ ਵਿੱਚ ਆਉਂਦੇ ਆ ਆਪਣੇ ਕੋਲ। ਔਰ ਪ੍ਰਾਇਮਰੀ ਵਿੱਚ ਕਿਹੜੇ ਵਾਲੇ ਸੀਗੇ? ਬੋਨ ਮੈਰੋ ਐਂਡ ਥਾਈਮਸ। ਪ੍ਰਾਇਮਰੀ ਵਿੱਚ ਦੋ ਸੀ ਆਪਣੇ ਕੋਲ, ਬੋਨ ਮੈਰੋ ਐਂਡ ਥਾਈਮਸ। ਸੈਕੰਡਰੀ ਦੇ ਵਿੱਚ ਸਪਲੀਨ, ਪੇਅਰ ਪੈਚਸ, ਲਿੰਫ ਨੋਡ, ਟੌਨਸਿਲਸ, ਇਹ ਸਾਰਾ ਐਂਡ ਅਪੈਂਡਿਕਸ। ਇਹ ਕਿਤੇ 'ਚ ਸੀਗਾ? ਸੈਕੰਡਰੀ ਲਿੰਫੋਇਡ ਆਰਗਨ ਵਿੱਚ। ਸਪਲੀਨ ਦਾ ਦੱਸਦਾ ਸੀਗਾ ਰਿਜ਼ਰਵਾਇਰ ਹੈ ਰੈਡ ਬਲੱਡ ਸੈਲ ਦਾ, ਔਰ ਜਿੰਨੇ ਵੀ ਮਾਈਕਰੋਬ ਹੋਣਗੇ ਜੋ ਬਲੱਡ ਬੋਰਨ ਹੋਣਗੇ ਮਾਈਕਰੋਬ ਉਸ ਨੂੰ ਟਰੈਪ ਕਰੇਗਾ। ਉਹ ਟਰੈਪ ਕਰਨ ਤੋਂ ਬਾਅਦ ਕੀ ਕਰੇਗਾ? ਬਲੱਡ ਨੂੰ ਫਿਲਟਰ ਕਰਨ ਦਾ ਕੰਮ ਵੀ ਕਰੇਗਾ। ਲਿੰਫ ਨੋਡ ਜਿੱਦਾਂ ਆਪਣਾ ਬਲੱਡ ਵੈਸਲ ਸਿਸਟਮ ਹੈ ਸਾਰਾ, ਬਲੱਡ ਸਰਕੂਲੇਟਰੀ ਸਿਸਟਮ, ਉੱਦਾਂ ਹੀ ਲਿੰਫ ਸਿਸਟਮ ਵੀ ਹੈ, ਲਿੰਫੈਟਿਕ ਸਿਸਟਮ। ਜਿੱਥੇ ਲਿੰਫ ਨੋਡ ਹੁੰਦੇ, ਲਿੰਫ ਨੋਡ ਦੇ ਵਿੱਚ ਕੀ ਰਹਿੰਦਾ? ਲਿੰਫੋਸਾਈਟ ਰਹਿੰਦੇ ਆ। ਤੇ ਜੋ ਵੀ ਐਂਟੀਜਨ ਐਂਟਰ ਕਰਦਾ, ਬੈਕਟੀਰੀਆ ਵਗੈਰਾ, ਤਾਂ ਉਹ ਟਰੈਪ ਹੋਏਗਾ ਲਿੰਫ ਨੋਡ ਤੇ ਆ ਕੇ। ਔਰ ਲਿੰਫ ਨੋਡ ਦੇ ਵਿੱਚ ਜੋ ਪ੍ਰੈਜ਼ੈਂਟ ਹੋਣਗੇ ਲਿੰਫੋਸਾਈਟ, ਉਹ ਕੀ ਕਰਨਗੇ? ਉਸ ਮਾਈਕਰੋਬ ਦੇ ਅਗੇਂਸਟ ਰਿਸਪੌਂਸ ਦੇਣਗੇ ਆਪਣਾ। ਤਾਂ ਇਸ ਤੋਂ ਬਾਅਦ ਵਿੱਚ ਆਪਾਂ ਕਰਾਂਗੇ ਲਿੰਫੋਇਡ ਟਿਸ਼ੂ। ਲਿੰਫੋਇਡ ਟਿਸ਼ੂ ਕਿੱਥੇ ਪ੍ਰੈਜ਼ੈਂਟ ਹੁੰਦੇ? ਜਿੰਨੇ ਵੀ ਆਪਣੇ ਰੈਸਪੀਰੇਟਰੀ, ਡਿਜੈਸਟਿਵ ਜਾਂ ਯੂਰੋ ਜੈਨੀਟਲ ਟਰੈਕ ਆ, ਉਹਦੀ ਜੋ ਲਾਈਨਿੰਗ ਹੋਏਗੀ ਉੱਥੇ ਪ੍ਰੈਜ਼ੈਂਟ ਹੁੰਦੇ ਆ ਕਿਹੜੇ ਵਾਲੇ? ਲਿੰਫੋਇਡ ਟਿਸ਼ੂ। ਔਰ ਉਹਨਾਂ ਦਾ ਸਪੈਸ਼ਲ ਨਾਮ ਹੈ ਜੋ ਰੈਸਪੀਰੇਟਰੀ, ਡਿਜੈਸਟਿਵ ਜਾਂ ਯੂਰੋ ਜੈਨੀਟਲ ਟਰੈਕ ਦੇ ਵਿੱਚ ਮੌਜੂਦ ਹੋਣਗੇ, ਉਸ ਨੂੰ ਕਹਿੰਦੇ ਆ ਮਾਲਟ ਦੇ ਨਾਮ ਨਾਲ ਜਾਣਿਆ ਜਾਂਦਾ। ਮਾਲਟ ਕੀ ਆ? ਮਿਊਕੋਜ਼ਲ ਐਸੋਸੀਏਟ ਲਿੰਫੋਇਡ ਟਿਸ਼ੂ। ਉਹਨਾਂ ਨੇ ਮਿਊਕਸ ਸਕ੍ਰੀਟ ਕਰਾਣੀ ਹੈ ਇਹਨਾਂ ਨੇ। ਉਹ ਮਿਊਕਸ ਦੇ ਵਿੱਚ ਮਾਈਕਰੋਬ ਜੋ ਐਂਟਰ ਕਰੇਗਾ, ਇਹਨਾਂ ਸਾਰੇ ਜੋ ਆਪਾਂ ਰੈਸਪੀਰੇਟਰੀ ਟਰੈਕ ਜਾਂ ਡਿਜੈਸਟਿਵ ਟਰੈਕ ਜਾਂ ਯੂਰੋਜੈਨੀਟਲ ਟਰੈਕ ਦੇ ਵਿੱਚ ਜੋ ਵੀ ਮਾਈਕਰੋਬ ਐਂਟਰ ਕਰੇਗਾ, ਉਹ ਮਿਊਕਸ ਦੇ ਨਾਲ ਟਰੈਪ ਹੋ ਜਾਏਗਾ। ਔਰ ਫਰਦਰ ਜੋ ਵੀ ਨੈਕਸਟ ਲਿੰਫੋਸਾਈਟ ਦੀ ਐਕਸ਼ਨ ਹੋਏਗੀ ਉਹ ਪਰਫਾਰਮ ਹੋਏਗੀ ਉਹਦੇ ਤੇ। ਔਰ ਮਾਲਟ ਜੋ ਹੈ ਟੋਟਲ ਲਿੰਫੈਟਿਕ ਸਿਸਟਮ ਦਾ 50% ਜਿਹੜਾ ਹੈ ਉਹ ਮਾਲਟ ਵਿੱਚ ਹੀ ਹੋਏਗਾ। ਕਿਉਂਕਿ ਜਿੰਨੇ ਵੀ ਮਾਈਕਰੋਬ ਦੀ ਐਂਟਰੀ ਹੈ ਜਾਂ ਤਾਂ ਰੈਸਪੀਰੇਟਰੀ ਦੇ ਥਰੂ ਹੋਏਗੀ, ਡਿਜੈਸਟਿਵ ਸਿਸਟਮ ਜਾਂ ਫਿਰ ਯੂਰੋਜੈਨੀਟਲ ਟਰੈਕ ਦੇ ਥਰੂ। ਮੋਸਟਲੀ ਮਾਈਕਰੋਬ ਇਹਨਾਂ ਰਸਤਿਆਂ ਦੇ ਜ਼ਰੀਏ ਹੀ ਐਂਟਰ ਕਰਨਗੇ। ਔਰ ਮਾਲਟ ਜੋ ਹੈ ਮਿਊਕਸ ਐਸੋਸੀਏਟਡ ਲਿੰਫੋਇਡ ਟਿਸ਼ੂ, ਉਹ ਪ੍ਰੈਜ਼ੈਂਟ ਹੁੰਦੇ ਆ ਇਹਨਾਂ ਦੇ ਸਾਰੇ ਟਰੈਕ ਦੇ ਲਾਈਨਿੰਗ ਦੇ ਨਾਲ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਨੈਕਸਟ ਆਪਣੇ ਕੋਲ ਦੋ ਤਰ੍ਹਾਂ ਦਾ ਆਪਾਂ ਸੈੱਲ ਕਰੇ ਆ। ਕਿਹੜੇ ਸੀਗੇ? ਬੀ ਐਂਡ ਟੀ ਸੈੱਲ। ਦੋਨੋਂ ਦੇ ਪ੍ਰੀਕਰਸਰ ਕੀ ਹੈ? ਕਿੱਥੋਂ ਪ੍ਰੋਡਿਊਸ ਹੋ ਰਿਹਾ? ਲਿੰਫੋਸਾਈਟ ਪ੍ਰੀਕਰਸਰ ਜਿਹੜਾ ਸਟੈਮ ਸੈੱਲ ਕਿੱਥੇ ਪ੍ਰੈਜ਼ੈਂਟ ਹੋਏਗਾ? ਬੋਨ ਮੈਰੋ ਦੇ ਵਿੱਚ। ਸਟੈਮ ਸੈੱਲ ਬੋਨ ਮੈਰੋ ਦੇ ਵਿੱਚ ਹੋਏਗਾ ਜਿੱਥੋਂ ਪ੍ਰੋਡਿਊਸ ਹੋਣਗੇ ਟੀ ਲਿੰਫੋਸਾਈਟ ਔਰ ਬੀ ਲਿੰਫੋਸਾਈਟ। ਔਰ ਇਹਨਾਂ ਦੀ ਜੋ ਬੋਨ ਮੈਰੋ ਦੇ ਵਿੱਚ ਮੈਚਿਓਰ ਹੀ ਹੋ ਜਾਣਗੇ ਬੀ ਸੈੱਲ ਦੀ ਫਰਦਰ ਮੈਚੂਰੇਸ਼ਨ ਕਿਸੇ ਹੋਰ ਜਗ੍ਹਾ ਤੇ ਨਹੀਂ ਹੋਏਗੀ, ਬੋਨ ਮੈਰੋ ਦੇ ਵਿੱਚੋਂ ਹੀ ਮੈਚਿਓਰ ਹੋ ਕੇ ਆਣਗੇ। ਲੇਕਿਨ ਜਿਹੜੇ ਟੀ ਸੈੱਲ ਹੈਗੇ, ਟੀ ਦੀ ਮੈਚੂਰੇਸ਼ਨ ਕਿੱਥੇ ਹੋਏਗੀ? ਉਹ ਥਾਈਮਸ ਦੇ ਅੰਦਰ ਹੋਏਗੀ। ਥਾਈਮਸ ਜਦੋਂ ਇਸ ਨੂੰ ਮੈਚਿਓਰ ਕਰੇਗਾ ਤਾਂ ਫਿਰ ਇਹ ਆਪਣੇ ਜਿੰਨੇ ਵੀ ਲਿੰਫੋਇਟਿਕ ਟਿਸ਼ੂ ਜਾਂ ਜਿੱਥੇ ਵੀ ਇਹਨਾਂ ਦੀ ਪ੍ਰੈਜ਼ੈਂਸ ਹੋਣੀ ਚਾਹੀਦੀ ਹੈ, ਇਹ ਉੱਥੇ ਮੂਵ ਕਰ ਲੈਣ। ਹੁਣ ਟੀ ਸੈੱਲ ਫਰਦਰ ਕੋ ਟਾਈਪ ਦੇ ਆ, ਇੱਕ ਮੈਮਰੀਜ਼ ਟੀ ਐਮ ਮੈਮਰੀ ਵਾਲੇ, ਇੱਕ ਟੀ ਐਸ ਸਪਰੈਸਰ ਹੋ ਗਿਆ ਟੀ ਸੈੱਲ, ਇੱਕ ਟੀ ਕਿਲਰ ਕੇ ਨਾਲ ਜਾਣਿਆ ਜਾਂਦਾ, ਔਰ ਟੀ ਮੈਸੇਂਜਰ ਜਾਂ ਟੀ ਹੈਲਪਰ ਸੈੱਲ ਹੈਗੇ ਆ ਆਪਣੇ ਕੋਲ ਇਹ ਵਾਲੇ। ਇਹ ਚਾਰ ਤਰ੍ਹਾਂ ਦੇ ਟੀ ਸੈੱਲ ਹੈਗੇ ਆ ਔਰ ਇਹਨਾਂ ਚਾਰਾਂ ਦਾ ਅਲੱਗ-ਅਲੱਗ ਵਰਕਿੰਗ ਹੈ। ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਟੀ ਕਿਲਰ ਦੀ। ਟੀ ਕਿਲਰ ਨੂੰ ਆਪਾਂ ਸਾਈਟੋਟੌਕਸਿਕ ਵੀ ਕਹਿੰਦੇ ਆ, ਔਰ ਟੀ ਕਿਲਰ ਕਰਕੇ ਹੀ ਜਿਹੜੀ ਹੈਗੀ ਆ ਸੈਲੂਲਰ ਇਮਿਊਨਿਟੀ ਆਏਗੀ। ਦੋ ਤਰ੍ਹਾਂ ਦੀ ਇਮਿਊਨਿਟੀ ਹੈਗੀ ਆ। ਕਿਹੜੇ ਵਾਲੀ ਹੈਗੀ? ਇੱਕ ਸੈਲੂਲਰ ਮੀਡੀਏਟਡ ਇਮਿਊਨਿਟੀ, ਇੱਕ ਹੈਗੀ ਆ ਐਂਟੀਬੋਡੀ ਮੀਡੀਏਟਡ ਇਮਿਊਨਿਟੀ।
तो जो ਸੈਲੂਲਰ ਲੈਵਲ ਵਾਲੀ ਹੋਏਗੀ ਇਮਿਊਨਿਟੀ ਉਹ ਟੀ ਕਿਲਰ ਕਰਕੇ ਹੀ ਹੋਏਗੀ। ਟੀ ਲਿੰਫੋਸਾਈਟ ਦੇ ਵਿੱਚ ਜੋ ਫਰਦਰ ਅੱਗੇ ਟੀ ਕਿਲਰ ਸੈੱਲ ਹੈ ਉਹਨਾਂ ਕਰਕੇ ਹੀ ਹੋਏਗੀ। ਤਾਂ ਟੀ ਕਿਲਰ ਸੈੱਲ ਕਰਨਗੇ ਕੀ, ਅਗਰ ਜਦੋਂ ਕੋਈ ਮਾਈਕਰੋਬ ਐਂਟਰ ਕਰਦਾ ਬੋਡੀ ਦੇ ਅੰਦਰ, ਤੇ ਜਦੋਂ ਇਹ ਐਂਟਰ ਕਰ ਗਿਆ ਤਾਂ ਇਹ ਕੀ ਕਰੇਗਾ, ਟੀ ਜਿਹੜੇ ਕਿਲਰ ਵਾਲੇ ਹੋਣਗੇ, ਟੀ ਕਿਲਰ ਸੈੱਲ ਕੀ ਕਰੇਗਾ, ਇਸ ਦੇ ਉੱਪਰ ਸਕ੍ਰੀਸ਼ਨ ਕਰਾਏਗਾ। ਅਗਰ ਇਹ ਕੋਈ ਬੈਕਟੀਰੀਆ ਜਾਂ ਮਾਈਕਰੋਬ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਹੋਏਗੀ, ਅਗਰ ਇਹ ਹੈ ਤਾਂ ਇਹ ਟੀ ਕਿਲਰ ਸੈੱਲ ਇਸ ਦੇ ਉੱਪਰ ਇੱਕ ਕੈਮੀਕਲ ਜਾਂ ਆਪਾਂ ਪ੍ਰੋਟੀਨ ਦੀ ਸਕ੍ਰੀਸ਼ਨ ਕਰਾਏਗਾ, ਜਿਸ ਦਾ ਨਾਮ ਹੈ ਪਰਫੋਰਿਨ। ਪਰਫੋਰਿਨ ਨਾਮ ਦੀ ਇੱਕ ਪ੍ਰੋਟੀਨ ਹੈ ਜਿਹਦੀ ਸਕ੍ਰੀਸ਼ਨ ਕਰਾਏਗਾ, ਔਰ ਜਿਹੜੇ ਬੈਕਟੀਰੀਆ ਸੈੱਲ ਹੈ ਇਸ ਦੇ ਵਿੱਚ ਕੀ ਹੋਣੇ ਸ਼ੁਰੂ ਹੋ ਜਾਣਗੇ, ਇੱਥੋਂ ਹੋਲ ਹੋਣੇ ਸ਼ੁਰੂ ਹੋ ਜਾਣਗੇ। ਇੱਥੇ ਜਿਹੜੀ ਸੈੱਲ ਵਾਲ ਹੈ ਉਹਦੇ ਚ ਵੋਲ ਹੋਣੇ, ਉਹਦੇ ਹੋਲ ਹੋਣੇ ਸ਼ੁਰੂ ਹੋ ਜਾਣਗੇ, ਔਰ ਜਿਹੜੀ ਲਾਈਸਿਸ ਹੋ ਜਾਏਗੀ, ਮੈਂਬਰੇਨ ਜਿਹੜੀ ਹੋਏਗੀ ਉਹਦੀ ਕੀ ਹੋ ਜਾਏਗੀ, ਲਾਈਸਿਸ ਹੋ ਜਾਏਗੀ। ਇਹਦੇ ਜਦੋਂ ਹੋਲ ਹੋਣਗੇ ਤਾਂ ਇੱਥੋਂ ਕੀ ਕਰੇਗਾ, ਵਾਟਰ ਐਂਟਰ ਕਰ ਦੇਗਾ। ਜਦੋਂ ਵਾਟਰ ਐਂਟਰ ਕਰੇਗਾ ਤਾਂ ਇਹ ਬੈਕਟੀਰੀਅਲ ਸੈੱਲ ਕੀ ਹੋ ਜਾਏਗਾ, ਪੂਰੀ ਤਰ੍ਹਾਂ ਖਤਮ ਹੋ ਜਾਏਗਾ, ਡਿਸਟਰੋਏ ਹੋ ਜਾਏਗਾ। ਇਹਦੀ ਕੀ ਹੋਏਗੀ, ਸੈੱਲ ਲਾਈਸਿਸ ਕਰਾ ਦੇਗਾ। ਟੀ ਕਿਲਰ ਸੈੱਲ ਕੀ ਕਰੇਗਾ, ਪਰਫੋਰਿਨ ਉਸ ਦੇ ਉੱਪਰ ਕਰਕੇ, ਪਰਫੋਰਿਨ ਦੀ ਸਕ੍ਰੀਸ਼ਨ ਕਰਾ ਕੇ ਉਸਦੇ ਸੈੱਲ ਲਾਈਸਿਸ ਕਰਾ ਦੇ। ਇਦਾਂ ਲਿੰਫੋਟੌਕਸਿਨ, ਇਹ ਦੋ ਤਰ੍ਹਾਂ ਸਕ੍ਰੀਸ਼ਨ ਕਰਾਏਗਾ, ਪਰਫੋਰਿਨ ਇੱਕ ਲਿੰਫੋਟੌਕਸਿਨ। ਆਪਾਂ ਨੈਕਸਟ ਦੇਖਦੇ ਹਾਂ ਕਿੱਦਾਂ ਕਿੱਦਾਂ ਦਾ ਵਰਕ ਹੋਏਗਾ। ਆਪਾਂ ਸਭ ਤੋਂ ਪਹਿਲਾਂ ਗੱਲ ਕਰ ਰਹੇ ਹਾਂ, ਇਹ ਤਾਂ ਰਹੀ ਆਪਣੀ ਗੱਲ ਜੋ ਆਪਾਂ ਟੀ ਕਿਲਰ ਦੀ ਗੱਲ ਕਰੀ ਹੈ, ਟੀ ਸਪਰੈਸਰ ਦੀ ਵੀ ਦੇਖਦੇ ਹਾਂ, ਟੀ ਮੈਮਰੀ ਸੈੱਲ ਦੀ ਵੀ ਦੇਖਣੀ ਹੈ, ਔਰ ਟੀ ਹੈਲਪਰ ਦੀ ਵੀ। ਉਹਨਾਂ ਦਾ ਵਰਕਿੰਗ ਕਿੱਦਾਂ ਹੋਏਗੀ ਇਹ ਸਭ ਦੱਸਦੇ ਹਾਂ। ਬੋਡੀ ਦੇ ਵਿੱਚ ਦੋ ਤਰ੍ਹਾਂ ਦੇ ਸੈੱਲ ਹੋਣਗੇ, ਇੱਕ ਤਾਂ ਨਾਰਮਲ ਸੈੱਲ ਜਿਹੜੇ ਹੋਣਗੇ, ਨਾਰਮਲ ਸੈੱਲ, ਔਰ ਇੱਕ ਕਿਹੜੇ ਹੁੰਦੇ, ਐਂਟੀਜਨ ਏਪੀਸੀ ਕਹਿੰਦੇ, ਐਂਟੀਜਨ ਪ੍ਰੈਜ਼ੈਂਟਿੰਗ ਸੈੱਲ। ਦੋ ਤਰ੍ਹਾਂ ਦੇ ਸੈੱਲ ਹੈਗੇ, ਐਂਟੀਜਨ ਪ੍ਰੈਜ਼ੈਂਟਿੰਗ ਸੈੱਲ ਦੇ ਵਿੱਚ ਮੈਕਰੋਫੇਜ ਆਇਆ, ਇਹ ਕਿਹੜੇ ਵਾਲੇ ਹੋਣਗੇ, ਮੈਕਰੋਫੇਜ, ਔਰ ਇਹ ਨਾਰਮਲ ਸੈੱਲ। ਜਦੋਂ ਵੀ ਕੋਈ ਬੈਕਟੀਰੀਆ ਜੋ ਐਂਟੀਜਨ ਐਂਟਰ ਕਰੇਗਾ, ਉਸ ਦੀ ਦੋ ਪੋਸੀਬਿਲਿਟੀਜ਼ ਹੈਗੀਆਂ, ਜਾਂ ਤਾਂ ਉਹ ਕਿਤੇ ਤੇ ਐਂਟਰ ਕਰ ਸਕਦਾ ਏਪੀਸੀ ਤੇ, ਜਾਂ ਫਿਰ ਕਿਤੇ ਤੇ ਅਟੈਕ ਕਰੇਗਾ ਨਾਰਮਲ ਸੈੱਲ। ਹੁਣ ਨਾਰਮਲ ਸੈੱਲ ਤੇ ਜਦੋਂ ਹੋਏਗਾ, ਤਾਂ ਨਾਰਮਲ ਸੈੱਲ ਤੇ ਜਦੋਂ ਵੀ ਹੋਏਗਾ ਤਾਂ ਇੱਥੇ ਡਾਇਰੈਕਟ ਕਿਹੜੇ ਵਾਲਾ ਹੈਗਾ ਆਪਣੇ ਕੋਲ, ਟੀ ਕਿਲਰ ਸੈੱਲ ਆ ਕੇ, ਜੋ ਇੱਥੇ ਨੀਅਰ ਅਬਾਊਟ, ਜੋ ਨਾਰਮਲ ਸੈੱਲ ਦੇ ਨੀਅਰ ਅਬਾਊਟ ਕੋਈ ਵੀ ਸੈੱਲ ਟੀ ਕਿਲਰ ਸੈੱਲ ਆਏਗਾ, ਉਹ ਟੀ ਕਿਲਰ ਸੈੱਲ ਕੀ ਕਰੇਗਾ, ਇਸ ਦੇ ਉੱਪਰ ਪਰਫੋਰਿਨ ਨਾਮ ਦੀ ਜਿਹੜੀ ਆਪਾਂ ਪ੍ਰੋਟੀਨ ਦੀ ਪ੍ਰੋਟੀਨ ਦੀ ਗੱਲ ਕਰੀਏ, ਪਰਫੋਰਿਨ ਪ੍ਰੋਟੀਨ ਦੀ ਸਕ੍ਰੀਸ਼ਨ ਕਰਾ ਕੇ ਇਹਦੀ ਸੈੱਲ ਲਾਈਸਿਸ ਕਰਾ ਦੇਗਾ ਬੈਕਟੀਰੀਆ ਦੇ। ਇਹ ਕਿਹੜੀ ਗੱਲ ਕਰ ਰਹੇ ਆਪਾਂ, ਨਾਰਮਲ ਸੈੱਲ ਦੀ। ਅਗਰ ਐਂਟੀਜਨ ਪ੍ਰੈਜ਼ੈਂਟਿੰਗ ਸੈੱਲ ਹੋ ਗਿਆ, ਐਂਟੀਜਨ ਪ੍ਰੈਜ਼ੈਂਟਿੰਗ ਸੈੱਲ ਤੇ ਕੀ ਹੋਏਗਾ, ਇਸ ਦੇ ਉੱਪਰ ਇੱਕ ਰਿਸੈਪਟਰ ਹੁੰਦੇ ਆ, ਉਹ ਖਾਸ ਤਰ੍ਹਾਂ ਦੇ ਰਿਸੈਪਟਰ ਕੀ ਕਰਦੇ ਆ, ਅਗਰ ਇਹਦੇ ਚ ਐਂਟੀਜਨ ਪ੍ਰੈਜ਼ੈਂਟਿੰਗ ਸੈੱਲ ਹੈ ਔਰ ਇਸ ਦੇ ਉੱਪਰ ਐਂਟੀਜਨ ਆ ਕੇ ਅਟੈਕ ਕਰਿਆ, ਬੈਕਟੀਰੀਆ ਨੇ ਅਟੈਕ ਕਰਤਾ, ਇਹ ਕੀ ਕਰੇਗਾ, ਇਹਦੇ ਰਿਸੈਪਟਰ ਕੀ ਹੋਣਗੇ, ਇਹਦੇ ਰਿਸੈਪਟਰ ਟੀ ਹੈਲਪਰ ਸੈੱਲ ਜੋ ਇਹਦੇ ਨੀਅਰ ਅਬਾਊਟ ਏਪੀਸੀ ਹੈ, ਐਂਟੀਜਨ ਪ੍ਰੈਜ਼ੈਂਟਿੰਗ ਸੈੱਲ, ਅਗਰ ਇਸਨੇ ਐਂਟੀਜਨ ਦੇ ਉੱਪਰ, ਐਂਟੀਜਨ ਆ ਕੇ ਇਸ ਦੇ ਉੱਪਰ ਅਟੈਕ ਕਰਤਾ, ਅਟੈਕ ਕਰੇਗਾ ਤਾਂ ਇਹ ਕੀ ਹੋਏਗਾ, ਇਹ ਨੀਅਰ ਅਬਾਊਟ ਜੋ ਵੀ ਟੀ ਹੈਲਪਰ ਸੈੱਲ ਹੋਏਗਾ, ਪਹਿਲਾਂ ਤਾਂ ਟੀ ਹੈਲਪਰ ਸੈੱਲ ਨੂੰ ਇਹ ਉਸਦਾ ਮੈਸੇਜ ਦੇਗਾ, ਟੀ ਹੈਲਪਰ ਸੈੱਲ। ਹੁਣ ਟੀ ਹੈਲਪਰ ਸੈੱਲ ਕੀ ਕਰੇਗਾ, ਟੀ ਹੈਲਪਰ ਸੈੱਲ ਅੱਗੇ ਕੀ ਕਰੇਗਾ, ਟੀ ਕਿਲਰ ਸੈੱਲ ਨੂੰ ਸਟਿਮੂਲੇਟ ਕਰ ਦੇਗਾ, ਔਰ ਨਾਲ ਦੇ ਨਾਲ ਹੀ ਬੀ ਸੈੱਲ ਨੂੰ ਵੀ ਕੀ ਕਰ ਦੇਗਾ, ਸਟਿਮੂਲੇਟ ਕਰ ਦੇਗਾ। ਦੋ ਤਰ੍ਹਾਂ ਦੇ ਸੈੱਲ ਨੂੰ ਕੀ ਕਰੇਗਾ, ਇਹ ਮੈਸੇਜ ਲਗਾਏਗਾ, ਜੋ ਟੀ ਹੈਲਪਰ ਹੈ। ਹੁਣ ਟੀ ਕਿਲਰ ਸੈੱਲ ਆ ਗਏ, ਟੀ ਕਿਲਰ ਸੈੱਲ ਆਪਦਾ ਰਿਸਪੌਂਸ ਦੇਣਾ ਸ਼ੁਰੂ ਕਰ ਦੇਣਗੇ, ਇਸ ਜਿੱਥੇ ਐਂਟੀਜਨ ਨੇ ਅਟੈਕ ਕਰਿਆ ਇਹਨਾਂ ਦੀ ਅਕਮੂਲੇਸ਼ਨ ਹੋਣੀ ਸ਼ੁਰੂ ਹੋ ਜਾਏਗੀ। ਟੀ ਹੈਲਪਰ ਜਿੱਦਾਂ ਹੀ ਏਪੀਸੀ ਦੇ ਪਾਸ ਤੋਂ ਲੰਘਿਆ ਤਾਂ ਟੀ ਹੈਲਪਰ ਨੂੰ ਪਤਾ ਚੱਲ ਗਿਆ ਕਿ ਐਂਟੀਜਨ ਨੇ ਅਟੈਕ ਕਰਿਆ ਹੋਇਆ, ਤਾਂ ਟੀ ਹੈਲਪਰ ਕੀ ਕਰੇਗਾ, ਟੀ ਕਿਲਰ ਸੈੱਲ ਨੂੰ ਵੀ ਸਟਿਮੂਲੇਟ ਕਰ ਦੇਗਾ ਔਰ ਬੀ ਸੈੱਲ ਨੂੰ ਵੀ ਸਟਿਮੂਲੇਟ ਕਰ ਦੇਗਾ। ਹੁਣ ਹੈਲਪਰ ਵਾਲੇ ਨੇ ਜਦੋਂ ਹੋਇਆ, ਇਹਨੇ ਕੀ ਕਰਿਆ, ਆਪਣੇ ਕਾਪੀਜ਼ ਬਣਾਉਣੀਆਂ ਸ਼ੁਰੂ ਕਰਤੀਆਂ, ਨੰਬਰ ਆਫ ਇੰਕਰੀਜ਼ ਕਰ ਲਿਆ ਆਪਣੇ ਟੀ ਕਿਲਰ ਨੇ। ਇੱਦਾਂ ਬੀ ਸੈੱਲ ਵੀ ਕੀ ਕਰੇਗਾ, ਇਸਨੇ ਆਪਣੇ ਨਾਲ ਦੀਆਂ ਹੀ ਕਾਪੀਜ਼ ਬਣਾਉਣੀਆਂ ਸ਼ੁਰੂ ਕਰਤੀਆਂ, ਉਹ ਬਹੁਤ ਸਾਰੇ ਬੀ ਸੈੱਲ ਵੀ ਹੋ ਜਾਣਗੇ ਔਰ ਟੀ ਸੈੱਲ ਵੀ ਹੋ ਜਾਣਗੇ, ਜਿਸ ਦੇ ਰਿਜ਼ਲਟ ਵਜੋਂ ਕੀ ਹੋਏਗਾ ਕਿ ਇਹ ਆ ਕੇ ਜਿਸ ਤੇ ਐਂਟੀਜਨ ਪ੍ਰੈਜ਼ੈਂਟਿੰਗ ਹੈ, ਜਿਸ ਤੇ ਐਂਟੀਜਨ ਨੇ ਅਟੈਕ ਕਰਿਆ, ਤਾਂ ਉਸ ਸੈੱਲ ਨੂੰ ਕੀ ਕਰ ਦੇਣਗੇ, ਖਤਮ ਕਰ ਦੇਣਗੇ, ਵਿਦ ਜੋ ਬੈਕਟੀਰੀਆ ਉਹਨੂੰ ਵੀ ਕੀ ਕਰ ਦੇਣਗੇ, ਖਤਮ ਕਰ ਦੇਣਗੇ। ਤਾਂ ਇਹ ਪਰਫਾਰਮੈਂਸ ਆਪਾਂ ਦੇਖਦੇ ਹਾਂ, ਸਾਰਾ ਕ੍ਰਾਈਟੇਰੀਆ ਕਿੱਦਾਂ ਚੱਲੇਗਾ। ਇਹ ਆਪਣੇ ਕੋਲ ਬੀ ਸੈੱਲ ਐਂਟੀਬੋਡੀ ਅੱਗੇ ਪ੍ਰੋਡਿਊਸ ਕਰਾਏਗਾ,
बी सैल ਨੂੰ ਜਦੋਂ ਪਤਾ ਚੱਲਿਆ ਬੀ ਸੈਲ ਕੀ ਕਰੇਗਾ ਬੀ ਸੈਲ ਅੱਗੇ ਕਰਾਏਗਾ ਪਲਾਜ਼ਮਾ ਸੈਲ ਨੂੰ ਪਲਾਜ਼ਮਾ ਸੈਲ ਔਰ ਪਲਾਜ਼ਮਾ ਸੈਲ ਦੇ ਵਿੱਚ ਕੀ ਹੁੰਦੀਆਂ ਪਲਾਜ਼ਮਾ ਸੈਲ ਦੇ ਵਿੱਚ ਐਂਟੀਬੋਡੀ ਪ੍ਰੋਡਕਸ਼ਨ ਹੋਏਗੀ ਐਂਟੀਬੋਡੀ ਪ੍ਰੋਡਕਸ਼ਨ ਹੋਏਗੀ ਇਹਦੇ ਵਿੱਚ ਔਰ ਐਂਟੀਬੋਡੀ ਕਿਹੜੇ ਵਾਲੀਆਂ ਹੈਗੀਆਂ ਪੰਜ ਆਪਾਂ ਐਂਟੀਬੋਡੀ ਕਰਾਂਗੇ IgG IgA IgM और IgD और लास्ट है IgE ਇਹ ਇੰਨੇ ਤਰ੍ਹਾਂ ਦੀ ਐਂਟੀਬੋਡੀਜ਼ ਹੋਣਗੇ ਜੋ ਪਲਾਜ਼ਮਾ ਸੈਲ ਤੋਂ ਪ੍ਰੋਡਕਸ਼ਨ ਹੋਏਗੀ ਜਿਨ੍ਹਾਂ ਦੀ ਔਰ ਇਸ ਐਂਟੀਬੋਡੀ ਕਰਕੇ ਕਿਹੜੀ ਵਾਲੀ ਹੋਏਗੀ ਹਿਊਮਰਲ ਇਮਿਊਨਿਟੀ ਹਿਊਮਰਲ ਇਮਿਊਨਿਟੀ ਦੇ ਵਿੱਚ ਕਿਹੜੇ ਵਾਲੀ ਹੋਏਗੀ ਆਪਣੇ ਕੋਲ ਐਂਟੀਬੋਡੀਜ਼ ਕਰਕੇ ਜਿਹੜੀ ਹੋਏਗੀ ਐਂਟੀਬੋਡੀ ਕਿਹਦੇ ਕਰਕੇ ਬਣ ਰਹੀ ਹੈ ਬੀ ਸੈਲ ਕਰਕੇ ਬਣ ਰਹੀ ਹੈ ਬੀ ਸੈਲ ਨੇ ਪਲਾਜ਼ਮਾ ਸੈਲ ਨੂੰ ਪ੍ਰੋਡਿਊਸ ਕਰਿਆ ਪਲਾਜ਼ਮਾ ਸੈਲ ਨੇ ਐਂਟੀਬੋਡੀ ਦੀ ਪ੍ਰੋਡਕਸ਼ਨ ਕਰਾਈ ਕਿਹੜੇ ਵਾਲੀ ਪੰਜ ਤਰ੍ਹਾਂ ਦੀ ਐਂਟੀਬੋਡੀ ਹੋਏਗੀ ਜਿਸ ਦੀ ਪ੍ਰੋਡਕਸ਼ਨ ਕਰਾਏਗਾ ਪਲਾਜ਼ਮਾ ਸੈਲ ਤਾਂ ਇਹ ਐਂਟੀਬੋਡੀ ਕਰਕੇ ਜਿਹੜੀ ਇਮਿਊਨਿਟੀ ਆਏਗੀ ਉਸ ਨੂੰ ਆਪਾਂ ਕਹਿੰਦੇ ਹਿਊਮਰਲ ਇਮਿਊਨਿਟੀ ਔਰ ਜੋ ਟੀ ਕਿਲਰ ਸੈਲ ਜੋ ਡਾਇਰੈਕਟ ਖਤਮ ਕਰ ਰਹੇ ਆ ਐਂਟੀਜਨ ਇਫੈਕਟਡ ਜਿਹੜਾ ਸੈੱਲ ਹੋਏਗਾ ਤਾਂ ਉਹ ਵਾਲੀ ਜੋ ਐਕਸ਼ਨ ਹੋਏਗੀ ਉਸ ਨੂੰ ਆਪਾਂ ਕਹਿੰਦੇ ਆ ਸੈਲੂਲਰ ਇਮਿਊਨਿਟੀ ਸੈਲੂਲਰ ਇਮਿਊਨਿਟੀ ਦੋ ਤਰ੍ਹਾਂ ਦੀ ਇਮਿਊਨਿਟੀ ਹੋਗੀ ਇੱਕ ਟੀ ਕਿਲਰ ਕਰਕੇ ਆਈ ਕਿਹੜੇ ਵਾਲੀ ਸੈਲੂਲਰ ਇਮਿਊਨਿਟੀ ਦੂਸਰੀ ਕਿਹੜੀ ਆ ਗਈ ਆਪਣੇ ਕੋਲ ਬੀ ਸੈਲ ਕਰਕੇ ਜਿਹੜੀ ਇਮਿਊਨਿਟੀ ਆਈ ਆ ਉਹ ਕਿਹੜੇ ਵਾਲੀ ਹੈਗੀ ਆ ਇਮਿਊਰਲ ਇਮਿਊਨਿਟੀ ਹੁਣ ਨੈਕਸਟ ਆਪਾਂ ਡਿਸਕਸ ਕਰਦੇ ਆ ਜੋ ਕੁਝ ਲੈਂਗੁਏਜ ਦੇ ਰੱਖੇ ਆਪਣੇ ਕੋਲ CMI ਸੈਲੂਲਰ ਮੀਡੀਏਟਡ ਇਮਿਊਨਿਟੀ ਦੀ ਗੱਲ ਕਰਦੇ ਆ ਇਮਿਊਨਿਟੀ ਕਿਹਦੇ ਕਰਕੇ ਟੀ ਸੈੱਲ ਜਿਹੜੀ ਹੈਗੀ ਸੈਲੂਲਰ ਇਮਿਊਨਿਟੀ ਜਿਹੜੀ ਹੈ ਟੋਟਲ ਜਿਹੜੀ ਇਮਿਊਨਿਟੀ ਹੋਏਗੀ ਬੋਡੀ ਦੀ 60 ਤੋਂ 70% ਜਿਹੜੀ ਹੈਗੀ ਆ ਉਹ ਟੀ ਸੈੱਲ ਕਰਕੇ ਹੀ ਪੋਸੀਬਲ ਹੈ ਔਰ ਇਹਦੇ 4 ਟਾਈਪ ਦੇ ਸੈੱਲ ਹੈ ਟੀ ਹੈਲਪਰ ਹੈ ਟੀ ਕਿਲਰ ਹੈ ਟੀ ਕਿਲਰ ਨੂੰ ਦੋ ਨਾਮ ਨਾਲ ਆਪਾਂ ਦੇਖ ਸਕਦੇ TK ਜਾਂ TC ਨਾਮ ਨਾਲ ਜਾਣ ਸਕਦੇ ਹਾਂ ਜੋ ਰਿਪਰੈਜ਼ੈਂਟ ਕਰਿਆ ਗਿਆ ਸਪਰੈਸਰ ਹੈ ਔਰ ਮੈਮਰੀ ਹੈ ਸਭ ਤੋਂ ਪਹਿਲਾਂ ਕੀ ਇਹ ਪੈਥੋਜਨ ਜਦੋਂ ਵੀ ਐਂਟਰ ਕਰੇਗਾ ਬੋਡੀ ਦੇ ਅੰਦਰ ਤਾਂ ਫਸਟ ਮੈਕਰੋਫੇਜ ਇੰਟਰੈਕਟ ਕਰੇਗਾ ਮੈਂ ਅੱਗੇ ਵੀ ਗੱਲ ਕਰੀਏ APC ਕਹਤਾ ਜਾਂ ਫਿਰ ਮੈਕਰੋਫੇਜ ਹੈ ਜਦੋਂ ਵੀ ਐਂਟੀਜਨ ਕਰੇਗਾ ਤਾਂ ਇਹ ਕੀ ਹੋਏਗਾ ਐਂਟੀਜਨ ਅਗਰ ਆ ਰਿਹਾ ਤਾਂ ਐਂਟੀਜਨ ਨੇ ਕੀ ਕਰਿਆ ਇੰਟਰੈਕਟ ਕਰਤਾ ਜਦੋਂ ਇੰਟਰੈਕਟ ਕਰਿਆ ਇੱਥੇ ਨੀਅਰ ਬਾਈ ਕੋਈ ਵੀ ਟੀ ਹੈਲਪਰ ਸੈੱਲ ਜਿਹੜਾ ਹੋਏਗਾ ਉਸ ਨੂੰ ਪਹਿਲਾਂ ਇਹ ਮੈਸੇਜ ਦੇਗਾ ਜਦੋਂ ਮੈਸੇਜ ਦੇਗਾ ਤਾਂ ਟੀ ਹੈਲਪਰ ਸੈੱਲ ਨੇ ਕੀ ਕਰਿਆ ਰਿਲੀਜ਼ ਕਰੇਗਾ ਸਾਈਟੋਕਾਈਨਿਨ ਜਾਂ ਲਿੰਫੋਕਾਈਨੇਸ ਜਾਂ ਇੰਟਰਲਿਊਕਿਨ ਇਹਨਾਂ ਦਾ ਕੰਮ ਕੀ ਹੋਏਗਾ ਇਹਨਾਂ ਦਾ ਕੰਮ ਇਹ ਹੋਏਗਾ ਜੋ ਇੰਟਰਲਿਊਕਿਨ ਹੈ ਇੰਟਰਲਿਊਕਿਨ ਕੀ ਕਰੇਗੀ ਇੰਟਰਲਿਊਕਿਨ ਦਾ ਕੰਮ ਹੈ ਕਿ ਇਹ ਨੰਬਰ ਆਫ ਮੈਸੇਂਜਰ ਸੈੱਲ ਜਿਹੜੇ ਉਸ ਨੂੰ इंक्रीज करना शुरू कर देगा इंटरल्यूकिन दे रखा अपने को लिम्फोकाइनेज ਇਹ ਤਿੰਨੋਂ ਦਾ ਨਾਮ ਹੀ ਜੋ ਸਾਈਟੋਕਾਈਨਿਨ ਕਹਿ ਸਕਦੇ ਹਾਂ ਜਾਂ ਲਿੰਫੋਕਾਈਨੇਜ ਕਹਿ ਸਕਦੇ ਹਾਂ ਇਹਦੇ ਚ ਇੱਕ ਐਗਜ਼ਾਮਪਲ ਹੈ ਇੰਟਰਲਿਊਕਿਨ ਇੰਟਰਲਿਊਕਿਨ ਇੱਕ ਐਦਾਂ ਦਾ ਕੈਮੀਕਲ ਹੋਏਗਾ ਜੋ ਕੀ ਕਰੇਗਾ ਸਟਿਮੂਲੇਟ ਕਰੇਗਾ ਜੋ ਮੈਸੇਂਜਰ ਹੈ ਟੀ ਹੈਲਪਰ ਸੈੱਲ ਜਾਂ ਫਿਰ ਮੈਸੇਂਜਰ ਸੈੱਲ ਜਿਹੜੇ ਕਹਤੇ हैं ਉਸ ਨੂੰ ਕੀ ਕਰੇਗਾ इंक्रीज ਕਰਾ ਦੇਗਾ ਇਸ ਦੀ ਪ੍ਰੋਡਕਸ਼ਨ ਨੂੰ ਕੀ ਕਰਾ ਦੇਗਾ इंक्रीज ਦੇਖੋ ਇੱਕ ਹੀ ਇੱਥੇ TH ਨੂੰ ਪਤਾ ਚੱਲਿਆ ਸੀ लेकिन ਜਦੋਂ ही ਇੱਕ ਨੂੰ ਪਤਾ ਚੱਲ ਗਿਆ ਕਿ ਐਂਟੀਜਨ ਨੇ ਅਟੈਕ ਕਰਿਆ ਬੋਡੀ ਤੇ ਤਾਂ ਇਹ ਕੀ ਕਰੇਗਾ ਸਾਈਟੋਕਾਈਨਿਨ ਨੂੰ ਸਿਕ੍ਰੀਟ ਕਰਾਏਗਾ ਸਾਈਟੋਕਾਈਨੇਜ਼ ਨੂੰ ਕਰੇਗਾ ਸਿਕ੍ਰੀਟ ਇਹ ਕੀ ਕਰੇਗਾ ਹੋਰ ਟੀ ਹੈਲਪਰ ਸੈੱਲ ਨੂੰ ਪ੍ਰੋਡਿਊਸ ਕਰਾਉਣਾ ਸ਼ੁਰੂ ਕਰ ਦੇਗਾ ਜਦੋਂ ਪ੍ਰੋਡਿਊਸ ਕਰੇਗਾ ਇਹਨਾਂ ਚ ਕੁਝ ਟੀ ਹੈਲਪਰ ਸੈੱਲ ਕੀ ਕਰਨਗੇ ਟੀ ਕਿਲਰ ਨੂੰ ਮੈਸੇਜ ਦੇਣਗੇ ਔਰ ਕੁਝ ਟੀ ਹੈਲਪਰ ਸੈੱਲ ਕੀ ਕਰਨਗੇ ਬੀ ਸੈੱਲ ਨੂੰ ਕੀ ਕਰਨਗੇ मैसेज देंगे और टी के और बी सेल की होनी शुरू हो जाएगी अकोमोडेशन होनी हो जाएगी शुरू एट द साइट ऑफ अफेक्टेड सेल जो अफेक्टेड सेल होएगा उससे की हो जाएगी अकोमोडेशन होनी शुरू हो जाएगी टी किलर एंड बी सेल की फिर अपने अपना रिस्पॉन्स अगेंस्ट एंटीजन से देना शुरू कर देंगे नेक्स्ट है टी हेल्पर सेल की करेगा ये अपने हेल्पर सेल स्टिमुलेट द किलर सेल टी the B cell which started dividing and producing clone and phenomena is called clonal selection ਜਦੋਂ ਇਹਨਾਂ ਤੱਕ ਮੈਸੇਜ ਪਹੁੰਚਿਆ TH ਨੇ K ਨੂੰ ਵੀ ਕਰਤਾ ਮੈਸੇਜ B ਨੂੰ ਵੀ ਕਰਤਾ ਤੇ TK ਕੀ ਕਰੇਗਾ TK ਆਪਣੀਆਂ ਕਾਪੀਜ਼ ਬਣਾਉਣੀਆਂ ਸ਼ੁਰੂ ਕਰ ਦੇਗਾ ਔਰ B ਸੈੱਲ ਕੀ ਕਰੇਗਾ B ਸੈੱਲ ਆਪਣੀਆਂ ਕਾਪੀਆਂ ਬਣਾਉਣੀਆਂ ਸ਼ੁਰੂ ਕਰ ਦੇਗਾ ਜਿਸ ਨੂੰ ਆਪਾਂ ਕੀ ਕਹਿੰਦੇ ਆ ਇਸ ਫੀਨੋਮੇਨਨ ਨੂੰ ਕਲੋਨਲ ਸਿਲੈਕਸ਼ਨ ਕਹਿੰਦੇ
ਹੁਣ ਕਲੋਨਲ ਸਿਲੈਕਸ਼ਨ ਤੋਂ ਬਾਅਦ ਵਿੱਚ ਕੀ ਹੋਏਗਾ, ਦੇ ਪ੍ਰੋਡਿਊਸ ਲਿੰਫੋਕਾਈਨੇਸ ਮੈਸੇਂਜਰ ਮੋਲੀਕਿਊਲ ਪ੍ਰੋਡਿਊਸ ਕਰੇਗਾ। ਲਿੰਫੋਕਾਈਨੇਸ ਕੀ ਕਹਿੰਦੇ ਆਪਾਂ ਨੂੰ, ਮੈਸੇਂਜਰ ਮੋਲੀਕਿਊਲ which cause accumulating WBC to affect site TH cell stimulate the B cell to produce a plasma cell। TH ਜਿਹੜਾ ਹੋਏਗਾ ਉਹ ਕੀ ਕਰੇਗਾ, B cell ਨੂੰ ਐਕਟੀਵੇਟ ਕਰੇਗਾ ਕਿ ਤੁਸੀਂ ਪਲਾਜ਼ਮਾ ਸੈੱਲ ਨੂੰ ਪ੍ਰੋਡਿਊਸ ਕਰਾਉਣਾ। ਆਲਰੇਡੀ ਆਪਾਂ ਪਿੱਛੇ ਹੁਣੇ ਗੱਲ ਕਰਕੇ ਆਏ ਹਾਂ, B ਸੈੱਲ ਕੀ ਕਰੇਗਾ, ਪਲਾਜ਼ਮਾ ਸੈੱਲ ਨੂੰ ਦੀ ਪ੍ਰੋਡਕਸ਼ਨ ਕਰਾਏਗਾ ਔਰ ਪਲਾਜ਼ਮਾ ਅੱਗੇ ਕੀ ਕਰੇਗਾ, ਐਂਟੀਬੋਡੀ ਨੂੰ ਬਣਵਾਏਗਾ, ਐਂਟੀਬੋਡੀ ਦੀ ਪ੍ਰੋਡਕਸ਼ਨ ਕਰੇਗਾ। ਔਰ ਟੀ ਕਿਲਰ ਸੈੱਲ ਕੀ ਕਰੇਗਾ, ਇਹ ਪਰਫੋਰਿਨ ਨਾਮ ਦੀ ਜਿਹੜੀ ਪ੍ਰੋਟੀਨ ਹੈ उसकी सिक्रेशन कराएगा और सिक्रेशन करा के करेगा सेलुलाइसिस करा देगा। सेलुलाइसिस कराती और सेलुलाइसिस नाल की हो जाएगा, बैक्टीरिया खत्म हो जाएगा। ये टी किलर करके CMII सैल मीडिएटेड इम्यूनिटी, दूसरे करके किहड़े वाली आई अपने कोल, ये म्यूरल इम्यूनिटी आई है, HI कह सकते हैं आप इम्यूनिटी। नैक्सट टी किलर सैल का आप हुणे वर्किंग दस के आए। टी किलर सैल की करे, डिस्ट्रॉय टारगेट सैल लाइक कैंसरस सैल हो गए ਜਾਂ ਇਨਫੈਕਟਡ ਸੈੱਲ, ਉਸ ਨੂੰ ਕਿਲ ਕਰੇਗਾ। ਕਿ ਕਿੱਦਾਂ ਕਿਲ ਕਰੇਗਾ, ਲਿੰਫੋਟੌਕਸਿਕ ਸਬਸਟੈਂਸ ਐਂਡ ਪਰਫੋਰਿਨ ਕੀ ਕਰਾਂਦਾ, ਸੈਲੂਲਾਈਸਿਸ ਕਰਾ ਦੇ। ਕਿਹੜੇ ਵਾਲੇ ਸੈੱਲ ਦੀ, ਜਿਹੜਾ ਇਨਫੈਕਟਡ ਸੈੱਲ ਹੋ ਗਿਆ ਜਾਂ ਕੈਂਸਰਸ ਸੈੱਲ ਹੋਇਆ ਤਾਂ ਉਸ ਸੈੱਲ ਦੀ ਕੀ ਕਰਾ ਦੇਗਾ, ਸੈਲੂਲਾਈਸਿਸ ਕਰਾ ਦੇਗਾ ਔਰ ਉਹਨੂੰ ਖਤਮ ਕਰ ਦੇਗਾ। These are responsible for cell mediated immunity। ਜਿਹੜਾ ਟੀ ਕਿਲਰ ਸੈੱਲ ਹੈ ਇਹ ਹੀ ਸੈੱਲ mediated immunity ਲਈ ਰਿਸਪੌਂਸਿਬਲ ਹੈ। ਨੈਕਸਟ ਹੈ ਸੁਪਰੈਸਰ ਸੈੱਲ। ਹਾਂ ਦੇਖੋ, ਅਗਰ ਟੀ ਕਿਲਰ ਸੈੱਲ ਦੀ ਐਕਟੀਵਿਟੀ ਵੱਧਦੀ ਜਾਏਗੀ, ਅਗਰ ਟੀ ਕਿਲਰ ਸੈੱਲ ਕੀ ਕਰੇ, ਟੀ ਕਿਲਰ ਸੈੱਲ ਇੰਨਾ ਜ਼ਿਆਦਾ ਇਫੈਕਟਿਵ ਹੋ ਜੇ ਤੇ ਫਿਰ ਕੀ ਕਰੇਗਾ, ਇਹ ਆਪਣੀ ਹੀ ਬੋਡੀ ਨੂੰ ਹਾਰਮ ਦੇਣਾ ਸ਼ੁਰੂ ਕਰ ਦੇਗਾ, ਆਪਣੀ ਹੀ ਬੋਡੀ ਲਈ ਹਾਰਮਫੁਲ ਹੋ ਜਾਏਗਾ। ਤੇ ਇਸ ਲਈ ਕੀ ਕਰੇਗਾ, ਇਸ ਨੂੰ ਰੋਕਣ ਲਈ ਟੀ ਸੁਪਰੈਸਰ ਸੈੱਲ ਆਏਗਾ, ਜੋ ਕੀ ਕਰੇਗਾ, ਟੀ ਸੁਪਰੈਸਰ ਸੈੱਲ ਜੋ ਬੀ ਸੈੱਲ और टी सैल की एक्टिविटी ਨੂੰ ਕੀ ਕਰ ਦੇਗਾ, ਡਿਕਰੀਜ਼ ਕਰ ਦੇਗਾ, ਘਟਾ ਦੇਗਾ, ਸੁਪਰੈਸ ਕਰ ਦੇਗਾ ਉਹਨਾਂ ਦੀ ਜੋ ਵੀ ਐਕਟੀਵਿਟੀ ਹੋ ਰਹੀ ਹੈ। These cell suppress the function of T killer cell, helper cell, B cell and plasma cell also affect the T affected by T। ਜੋ B ਵਾਲੇ ਹੈਗੇ ਆ ਤਾਂ ਪਲਾਜ਼ਮਾ ਸੈੱਲ ਉਹ ਵੀ ਕੀ ਹੋਣਗੇ, T ਸੁਪਰੈਸਰ ਸੈੱਲ ਦੇ ਨਾਲ ਅਫੈਕਟਡ ਹੋਣਗੇ। B ਸੈੱਲ ਵੀ ਅਫੈਕਟਡ ਹੋ ਗਏ, T ਕਿਲਰ ਵੀ ਹੋ ਗਏ ਔਰ ਕਿਹੜੇ ਵਾਲੇ, T ਹੈਲਪਰ ਸੈੱਲ। ਇਹਨਾਂ ਨੂੰ ਸੁਪਰੈਸ ਕਰੇਗਾ ਕਿ ਇਹਨਾਂ ਦੀ ਜਿਹੜੀ ਐਕਟੀਵਿਟੀ ਹੈ ਉਹ ਕੀ ਹੋ ਜੇ, ਘਟ ਜੇ। ਔਰ ਨਾਲ ਦੇ ਨਾਲ ਕੀ ਕਰੇਗਾ, ਸੁਪਰੈਸ ਦੀ ਐਂਟਾਇਰ ਇਮਿਊਨ ਸਿਸਟਮ ਫਾਰ ਅਟੈਕਿੰਗ ਦੀ ਓਨ ਬੋਡੀ। ਔਰ ਇਹ ਸਾਰੇ ਦਾ ਸਾਰਾ ਜੋ ਸਿਸਟਮ ਚੱਲ ਰਿਹਾ ਇਹਨੂੰ ਸਾਰਿਆਂ ਨੂੰ ਕੀ ਕਰ ਦੇਗਾ, ਸੁਪਰੈਸ ਕਰ ਦੇਗਾ ਕਿ ਆਪਦੀ ਹੀ ਬੋਡੀ ਨੂੰ ਕਿਤੇ ਇਹ ਹਾਰਮ ਨਾ ਦੇਣਾ ਸ਼ੁਰੂ ਕਰ ਦੇ, ਆਪਣੀ ਹੀ ਬੋਡੀ ਨੂੰ ਨੁਕਸਾਨ ਦੇਣਾ ਨਾ ਸ਼ੁਰੂ ਕਰ ਦੇ। ਇਸ ਲਈ ਇਹਨਾਂ ਸਾਰੇ ਜਿਹੜੇ ਟੀ ਕਿਲਰ, ਟੀ ਹੈਲਪਰ ਹੈ ਜਾਂ ਬੀ ਸੈੱਲ ਹੈ ਜਾਂ ਪਲਾਜ਼ਮਾ ਸੈੱਲ ਹੈ, ਉਹਨਾਂ ਸਾਰਿਆਂ ਨੂੰ ਕੀ ਕਰ ਦੇਗਾ, ਇਹ ਸੁਪਰੈਸ ਕਰ ਦੇਗਾ। ਟੀ ਸੁਪਰੈਸਰ ਸੈੱਲ ਇਹਨਾਂ ਦੀ ਐਕਟੀਵਿਟੀ ਨੂੰ ਸੁਪਰੈਸ ਕਰੇਗਾ। ਨੈਕਸਟ ਹੈ ਮੈਮਰੀ ਸੈੱਲ। तो ਮੈਮਰੀ ਸੈੱਲ ਦਾ ਕੰਮ ਕੀ ਹੈ ਕਿ ਇਹ ਪੈਥੋਜਨ ਨੂੰ ਤਾਂ ਨਹੀਂ ਕਿਲ ਕਰਦਾ, ਲੇਕਿਨ ਕੀ ਕਰੇਗਾ, ਟੀ ਮੈਮਰੀ ਸੈੱਲ ਕੀ ਕਰੇਗਾ, ਜੋ ਵੀ ਐਂਟੀਜਨ ਆਇਆ ਸੀ, ਐਂਟੀਜਨ ਜੋ ਵੀ ਐਂਟੀਜਨ ਆਇਆ ਸੀ, ਐਂਟੀਜਨ ਨੂੰ ਕੀ ਕਰੇਗਾ, ਇਹ ਐਂਟੀਜਨ ਨੂੰ ਰੈਕੋਗਨਾਈਜ਼ ਕਰੇਗਾ। ਟੀ ਮੈਮਰੀ ਦਾ ਕੀ ਹੋਏਗਾ, ਇਹ ਰੈਕੋਗਨਾਈਜ਼ ਕਰਕੇ ਰੱਖ ਲੇਗਾ। ਰੈਕੋਗਨਾਈਜ਼, ਅਗਰ ਰੈਕੋਗਨਾਈਜ਼ ਕਰ ਲਿਆ, ਹੁਣ ਨੈਕਸਟ ਟਾਈਮ ਜਦੋਂ ਇਹ ਫਸਟ ਟਾਈਮ ਕੀ ਕਰ ਲਿਆ ਇਸਨੇ, ਰੈਕੋਗਨਾਈਜ਼। ਹੁਣ ਸੈਕਿੰਡ ਟਾਈਮ ਜਦੋਂ ਵੀ ਇਹ ਚੀਜ਼ ਆਏਗੀ ਤਾਂ ਟੀ ਮੈਮਰੀ ਸੈੱਲ ਕੀ ਕਰਨਗੇ, ਇਹ ਆਲਰੇਡੀ ਹੀ ਇਸ ਨੂੰ ਪਤਾ ਕਿ ਐਂਟੀਜਨ ਉਹੀ ਵਾਲਾ ਜੋ ਪਹਿਲਾਂ ਜਿਸ ਨੇ ਅਟੈਕ ਕਰਿਆ ਸੀ ਬੋਡੀ ਤੇ, ਤਾਂ ਇਹ ਇਸ ਨੂੰ ਫਿਰ ਫਰਦਰ ਕਿਸੇ ਤਰ੍ਹਾਂ ਦੀ ਕੋਈ ਮੈਸੇਜ ਦੇਣ ਦੀ ਲੋੜ ਨਹੀਂ ਪੈਗੀ। ਐਂਟੀਬੋਡੀ ਡਾਇਰੈਕਟ ਹੀ ਕੀ ਕਰ ਦੇਗੀ ਇਹਦੇ ਅਗੇਂਸਟ, ਜੋ ਪਹਿਲਾਂ ਐਂਟੀਬੋਡੀ ਪ੍ਰਿਪੇਅਰ ਕਰ ਲਈ ਸੀ ਬੀ ਸੈੱਲ ਨੇ ਐਸ ਐਂਟੀਜਨ ਦੇ ਅਗੇਂਸਟ। ਸੈਕਿੰਡ ਟੀ ਮੈਮਰੀ ਸੈੱਲ ਪਹਿਲਾਂ ਤੋਂ ਹੀ ਅਵੇਅਰ ਕਰ ਦੇਗਾ ਕਿ ਇਸ ਟਾਈਪ ਦਾ ਐਂਟੀਜਨ ਹੈ ਜਿਸ ਨੇ ਐਂਟਰ ਕਰਿਆ, ਤੇ ਫਿਰ ਕੀ ਕਰੇਗਾ, ਮੈਮਰੀ ਤੋਂ ਹੀ ਉਸ ਐਂਟੀਜਨ ਨੂੰ ਖਤਮ ਕਰਿਆ ਜਾ ਸਕਦਾ ਹੈ। ਐਂਡ ਦੇ ਡੋਂਟ ਕਿਲ ਅ ਪੈਥੋਜਨ or don't form antibodies, but these cell retain a memory of every encounter for a long time। ਇਹ ਕਿਸੇ ਵੀ ਐਂਟੀਜਨ ਦੀ ਜੋ ਵੀ ਪਹਿਲਾਂ ਰਿਐਕਸ਼ਨ ਹੋਇਆ ਹੈਗਾ, ਐਂਟੀਜਨ ਦੇ ਅਗੇਂਸਟ ਜੋ ਵੀ ਰਿਐਕਸ਼ਨ ਹੋਇਆ ਤਾਂ ਉਸ ਰਿਐਕਸ਼ਨ ਕੀ ਕਰੇਗਾ, ਲੌਂਗ ਟਾਈਮ ਲਈ ਸਟੋਰ ਕਰਕੇ ਰੱਖ ਲੇਗਾ। ਐਂਡ ਦੇ ਕਨਵਰਟ ਇਨਟੂ ਅ ਫੈਕਟਰ ਸੈੱਲ on a larger encounter with a specific antigen even after several years।
ਕੁਝ ਸਾਲਾਂ ਬਾਅਦ ਵੀ ਇਹ ਕੀ ਕਰਦੇ ਆ, ਟੀ ਜਿਹੜੇ ਆਪਣੇ ਕੋਲ ਹੈ ਟੀ ਮੈਮਰੀ ਸੈੱਲ, ਟੀ ਮੈਮਰੀ ਸੈੱਲ ਕੀ ਕਰਦੇ ਆ, ਟੀ ਸੀ ਦੇ ਵਿੱਚ ਕੀ ਹੋ ਜਾਣਗੇ, ਕਨਵਰਟ ਹੋ ਜਾਣਗੇ, ਔਰ ਕੀ ਕਰਨਗੇ, एनकाउंटर कर सकते हैं जो भी एंटीजन एंटर होया, दे कन्वर्ट इनटू अफेक्टर सेल ऑन ए लेटर एनकाउंटर विद द स्पेसिफिक एंटीजन। अगर कोई स्पेसिफिक एंटीजन है जिसने पहला भी बॉडी ते अटैक करा सी, उस दे अगेंस्ट अगर मैमरी है टी सैल दे कोल, ਤਾਂ ਸੈਕਿੰਡ ਟਾਈਮ ਉਸ ਐਂਟੀਜਨ ਦੇ ਅਗੇਂਸਟ ਐਨਕਾਊਂਟਰ ਕਰਨ ਲਈ ਉਹ TC ਚ ਕਨਵਰਟ ਹੋ ਸਕਦਾ ਹੈ ਜਾਂ ਟੀ ਕਿਲਰ ਚ ਕਨਵਰਟ ਹੋ ਸਕਦਾ। नेक्स्ट है एपीसी। एपीसी ऑलरेडी हुणे दस के आए, एपीसी के एंटीजन प्रेजेंटिंग सेल है और मैक्रोफेज से जो भी अटैक करेगा तो सारा क्राइटेरिया वही है, रीड कर लियो। नैक्सट अपने को AMI एंटीबॉडी मीडिएटेड इम्यूनिटी या ह्यूमरल इम्यूनिटी, ये टोटल जी बॉडी की इम्यूनिटी उसका 10 to 20% ही पार्ट है, जो आप रोल है इसका 10 to 20% ही, और ये इन्वॉल्व किहड़े वाले होणगे, बी लिम्फोसाइट होणगे जो एंटीबॉडी की सिक्रीशन कराएंगे। आ स्ट्रक्चर इंपोर्टेंट है, ये एंटीबॉडी की स्ट्रक्चर है, ये एंटीबॉडी की स्ट्रक्चर दे रखी है, वाई शेप है जिदा। ਇਹਦੇ ਚ ਕੀ ਹੋਣਗੇ, ਦੋ ਹੈਵੀ ਚੇਨ ਆ ਆਪਣੇ ਕੋਲ, ਇੱਕ ਆ ਹੈਵੀ ਚੇਨ ਪਈ ਹੋਈ ਹੈ, ਇੱਕ ਕਿਹੜੇ ਵਾਲੀ ਹੈ, ਆ ਵਾਲੀ ਹੈਵੀ ਚੇਨ ਹੈ, ਦੂਸਰੀ ਕਿਹੜੇ ਵਾਲੀ ਹੈ, ਲਾਈਟ ਚੇਨ, ਆ ਵੀ ਕਿਹੜੇ ਵਾਲੀ ਹੈ, ਲਾਈਟ ਚੇਨ। ਆ ਉੱਪਰ ਵਾਲਾ ਇੰਨਾ ਪੋਰਸ਼ਨ ਜਿਹੜਾ ਹੈਗਾ, ਜਿਹੜਾ ਦੇ ਰੱਖਿਆ ਆਪਣੇ ਕੋਲ, ਇਹ ਕਿਹੜੇ ਵਾਲਾ ਹੈਗਾ, ਇਹ ਵੇਰੀਏਬਲ ਰੀਜਨ ਹੋਏਗਾ। ਵੇਰੀਏਬਲ ਰੀਜਨ ਜਿਹੜਾ ਇਸ ਸਾਈਡ ਵਾਲਾ ਹੈਵੀ ਚੇਨ ਦਾ, ਦੂਸਰਾ ਜਿਹੜਾ ਲਾਈਟ ਵਾਲਾ ਉਹ ਕਿਹੜੇ ਵਾਲਾ ਹੈਗਾ, ਵੇਰੀਏਬਲ ਰੀਜਨ ਆਫ ਲਾਈਟ ਚੇਨ। ਔਰ ਐਂਟੀਜਨ ਬਾइंडिंग ਸਾਈਟ ਇਹਨਾਂ ਵੇਰੀਏਬਲ ਰੀਜਨ ਤੇ ਹੀ ਹੈ, जो जिथे आके एंटीजन ने बाइंड करना, वो बाइंड वाली साइड कितने होएगी, वेरिएबल रीजन ते ही लाई करेगी। और इत्थे भी अपने को सेम जो उधर के फीचर है उवें ही दूसरी साइड ते भी आ वेरिएबल रीजन है, और आ नीचे वाला केड़ा रीजन हैगा, आ सारे दा सारा ही कांस्टेंट रीजन दे रखा है। और जिथे एंटीजन ने आके अटैच होना है, इस अटैचिंग नूं आपां की कहने पैराटॉप कहने, पैराटॉप। एंटीजन बाइंडिंग साइट उसनूं एक होर नाम नाल जाणिया जांदा, एंटीजन बाइंडिंग साइट। एंटीजन बाइंडिंग साइट नूं आपां की कहंदे आ, पैराटॉप भी कहंदे आ। और नीचे वाला रीजन किहड़े वाला हो गया, आ कांस्टेंट रीजन पिया होया, ते हैवी चेन दा आ वाला रोज रीजन किहड़े वाला हैगा, कांस्टेंट रीजन। ऊपर वाला किहड़ा सी, वेरिएबल रीजन। और दोनों ही जिहड़ियां हैवी चेन, दो हैवी चेन है और दो ही लाइट चेन है, टोटल 4 पॉलीपेप्टाइड चेन होणगियां। और इन्हां दे विच आपस विच जिहड़े बॉन्ड हैगे वो किदे तो बने होए, डाइसल्फाइड बॉन्ड है। आ जिहड़े बॉन्ड होणगे चेन दे विच लाई कर रहे, आ वाले बॉन्ड ये किहड़े वाले हैगे आ, डाइसल्फाइड, डाइसल्फाइड बॉन्ड। नैक्सट है अपने को दिस टू टॉप। और जो एंटीबॉडी है बनी कितों हुई है, ये अपने को बनी है ग्लाइकोप्रोटीन मॉलीक्यूल होंगे, ग्लाइकोप्रोटीन मॉलीक्यूल है। 4 चेन है, किहड़े वाली पॉलीपेप्टाइड चेन हैगियां, और दो हैवी है, दो लाइट दे रखियां, रिप्रेजेंट करिया इन्हां दे विच जिहड़ा रीजन है आपां ऑलरेडी आपां डिस्कस कर चुके। और इन्हां दे जो बॉन्ड है वो किहड़े वाला हैगा, डाइसल्फाइड बॉन्ड। नैक्सट रिएक्शन ऑफ एंटीबॉडी। एंटीबॉडी जी रिएक्शन कितना करेगी, सब तो पहला अग्लूटिनेशन। अग्लूटिनेशन की चीज़ है, जो एंटीबॉडी किसे एंटीजन नाल बाइंड करेगी, एंटीबॉडी किहदे नाल बाइंड करेगी, एंटीजन दे नाल। लाइक अगर एंटीबॉडी है, एंटीबॉडी है, एंटीबॉडी की करेगी, अटैच होएगी, जिद्दां उपर दे रखा अपने को, आ देखो अपने को की पाया होया, हैवी चेन, लाइट चेन, और इहदे नाल की है एंटीजन, आ उपर एंटीजन, आ एंटीजन आके अटैच हो रहा है किसी भी बैक्टीरिया या किसी भी माइक्रोब का एंटीजन है, जो एंटीबॉडी के नाल अटैच होएगा
ਤਾਂ ਕੀ ਕਰੇਗੀ, ਜਿਹੜੀ ਐਂਟੀਬੋਡੀ ਹੈ ਉਸ ਸੈੱਲ ਦੀ ਕੀ ਕਰਾ ਦੇਗੀ, ਸੈੱਲ ਲਾਈਸਿਸ ਕਰਾ ਦੇਗੀ, ਸੈੱਲ ਲਾਈਸਿਸ ਕਰਾ ਦੇਗੀ। ਤਾਂ ਇਸ ਚੀਜ਼ ਨੂੰ ਕੀ ਕਹਿੰਦੇ ਆ, ਐਂਟੀਬੋਡੀ ਅਗਰ ਸੈੱਲ ਦੇ ਸੈੱਲ ਲਾਈਸਿਸ ਕਰਾ ਰਹੀ ਹੈ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ, ਐਗਲੂਟੀਨੇਸ਼ਨ। ਐਂਟੀਬੋਡੀ ਅਟੈਚ ਵਿਦ ਐਂਟੀਜਨ ਵਿਚ ਇਜ਼ ਰਿਪਰੈਜ਼ੈਂਟ ਔਨ ਸਰਫੇਸ ਆਫ ਪੈਥੋਜਨ। ਪੈਥੋਜਨ ਜਿਹੜਾ ਉਹ ਵੀ ਇੱਕ ਤਰ੍ਹਾਂ ਦਾ ਬੈਕਟੀਰੀਆ ਜਾਂ ਆਪਾਂ ਵਾਇਰਸ ਨੂੰ ਕਹਿ ਸਕਦੇ ਹਾਂ, ਜੋ ਕਿਸੇ ਹੋਸਟ ਤੇ ਆ ਕੇ ਅਟੈਕ ਕਰਦਾ ਤਾਂ ਆਪਾਂ ਉਸ ਨੂੰ ਪੈਥੋਜਨ ਕਹਿੰਦੇ। ਜੋ ਹਾਰਮਫੁਲ ਹੁੰਦੇ ਆ ਉਸ ਨੂੰ ਆਪਾਂ ਕੀ ਕਹਿੰਦੇ ਆ, ਹਾਰਮਫੁਲ ਮਾਈਕਰੋਬ ਪੈਥੋਜਨ ਵਜੋਂ ਜਾਣੇ ਜਾਂਦੇ ਆ। ਤਾਂ ਪੈਥੋਜਨ ਦੇ ਉੱਪਰ ਜੋ ਪ੍ਰੈਜ਼ੈਂਟ ਹੋਏਗਾ ਐਂਟੀਜਨ, ਉਹਦੇ ਨਾਲ ਕੌਣ ਅਟੈਚ ਹੋਏਗਾ, ਐਂਟੀਬੋਡੀ ਅਟੈਚ ਹੋਏਗੀ। ਐਂਟੀਬੋਡੀ ਅਟੈਚ ਹੋਏਗੀ ਤਾਂ ਉਸ ਸੈੱਲ ਜੋ ਮਾਈਕਰੋਬ ਹੈ ਉਸਦੇ ਸੈੱਲ ਦੀ ਕੀ ਕਰਾ ਦੇਗੀ, ਸੈੱਲ ਲਾਈਸਿਸ ਕਰਾ ਦੇਗੀ, ਤਾਂ ਜਿਸ ਨਾਲ ਉਹ ਸੈੱਲ ਕੀ ਹੋ ਜਾਏਗਾ, ਖਤਮ ਹੋ ਜਾਏਗਾ। ਸੈਕਿੰਡ ਹੈ ਅਪਸੋਨੀਜੇਸ਼ਨ। ਅਪਸੋਨੀਜੇਸ਼ਨ ਇੱਕ ਤਰ੍ਹਾਂ ਦੀ ਕੋਟਿੰਗ ਹੈ ਜਿਹਨੂੰ ਅਪਸੋਨਿਨ ਐਂਟੀਬੋਡੀ ਕਹਿੰਦੇ ਆ। ਇਹ ਇੰਪੋਰਟੈਂਟ ਹੈ ਕਿ ਅਪਸੋਨਿਨ ਜਿਹੜੀ ਐਂਟੀਬੋਡੀ ਹੈ ਇਹ ਕਿਹੜੇ ਵਾਲੀ ਐਂਟੀਬੋਡੀ ਤੋਂ ਬਣੀ ਹੈ। ਅਪਸੋਨਿਨ ਐਂਟੀਬੋਡੀ ਜਿਹੜੀ ਹੈ ਇੰਪੋਰਟੈਂਟ ਹੈ, ਪੁੱਛ ਸਕਦੇ ਆ। ਅਪਸੋਨਿਨ ਐਂਟੀਬੋਡੀ ਦੋ ਐਂਟੀਬੋਡੀਜ਼ ਦਾ ਮਿਕਸਚਰ ਹੈ, IgG ਐਂਡ IgM। ਇਹ ਦੋ ਤਰ੍ਹਾਂ ਦੇ ਐਂਟੀਬੋਡੀਜ਼ ਹੈ, ਇਹਨਾਂ ਦੋਨਾਂ ਨੂੰ ਮਿਲਾ ਕੇ ਕੀ ਬਣਦੀ ਹੈ, ਅਪਸੋਨਿਨ ਐਂਟੀਬੋਡੀ ਬਣਦੀ ਹੈ। ਔਰ ਇਹ ਦੋਨੋਂ ਮਿਲ ਕੇ ਕੀ ਕਰਦੀਆਂ, ਫੈਗੋਸਾਈਟੋਸਿਸ ਕਰਾਉਣਗੀਆਂ। ਅਪਸੋਨਿਨ ਪ੍ਰਮੋਟ ਹੈ ਫੈਗੋਸਾਈਟੋਸਿਸ ਬਾਈ ਕੰਬੀਨੇਸ਼ਨ ਵਿਦ ਐਂਟੀਜਨ। ਜਦੋਂ ਐਂਟੀਜਨ ਜਿਹੜਾ ਪੈਥੋਜਨ ਦੇ ਨਾਲ ਕੀ ਹੁੰਦਾ, ਐਂਟੀਜਨ ਪੈਥੋਜਨ ਤੇ ਸਰਫੇਸ ਤੇ ਕੀ ਹੋਏਗਾ, ਐਂਟੀਜਨ ਹੋਏਗਾ। ਐਂਟੀਜਨ ਨਾਲ ਕੀ ਕਰੇਗੇ, ਇਹ ਦੋਨੋਂ ਅਪਸੋਨਿਨ ਐਂਟੀਬੋਡੀ ਬਾइंड ਕਰ ਜਾਏਗੀ ਤਾਂ ਉਸ ਐਂਟੀਜਨ ਦੀ ਕੀ ਕਰਾ, ਉਸ ਮਾਈਕਰੋਬ ਜਾਂ ਪੈਥੋਜਨ ਦੀ ਕੀ ਕਰਾ ਦੇਗੀ, ਫੈਗੋਸਾਈਟੋਸਿਸ। ਉੱਪਰ ਵਾਲੇ ਨੇ ਕੀ ਕਰਾਇਆ ਸੀ, ਐਗਲੂਟੀਨੇਸ਼ਨ ਵਿੱਚ ਸੈੱਲ ਲਾਈਸਿਸ ਹੋਈ ਹੈ, ਇਹਦੇ ਚ ਕੀ ਹੋਏਗਾ, ਫੈਗੋਸਾਈਟੋਸਿਸ ਹੋਈ, ਫੈਗੋਸਾਈਟੋਸਿਸ। ਫੈਗੋਸਾਈਟੋਸਿਸ ਦੇ ਵਿੱਚ ਕੀ ਹੁੰਦਾ, ਅਗਰ ਕੋਈ ਐਂਟੀਬੋਡੀ ਹੈ ਤਾਂ ਐਂਟੀਬੋਡੀ ਕੀ ਕਰੇਗੀ, ਜੋ ਵੀ ਬੈਕਟੀਰੀਆ ਨੂੰ ਕੀ ਕਰੇਗੀ, ਆਪਣੇ ਅੰਦਰ ਲੈ ਕੇ ਜਾਏਗੀ। ਲਾਈਕ ਅਦਰ ਸਟਰਕਚਰ ਬਿਲਡ ਹੋਏਗੀ ਔਰ ਬੈਕਟੀਰੀਆ ਇਦਾਂ ਹੌਲੀ ਹੌਲੀ ਐਂਟਰ ਕਰਦਾ ਹੋਇਆ ਉਸ ਐਂਟੀਬੋਡੀ ਦੇ ਵਿੱਚ ਪੂਰੀ ਤਰ੍ਹਾਂ ਐਡ ਹੋ ਜਾਏਗਾ ਔਰ ਉਸ ਦੇ ਵਿੱਚ ਜੋ ਵੀ ਚੀਜ਼ ਹੋਏਗੀ ਜੋ ਫੈਗੋਸਾਈਟੋਸਿਸ ਕਰਾਏਗੀ ਤਾਂ ਉਸ ਦੇ ਨਾਲ ਕੀ ਹੋਏਗਾ, ਉਸ ਬੈਕਟੀਰੀਆ ਨੂੰ ਕਿਲ ਕਰਿਆ। ਫੈਗੋਸਾਈਟੋਸਿਸ ਦੇ ਵਿੱਚ ਕੀ ਹੈ, ਕੋਈ ਵੀ ਬੈਕਟੀਰੀਆ ਜਾਂ ਐਂਟੀਜਨ ਹੈ ਤਾਂ ਉਸ ਨੂੰ ਕੀ ਕਰੇਗਾ, ਐਨਗਲਫਿੰਗ ਹੋਏਗੀ। ਐਨਗਲਫਿੰਗ ਨੂੰ ਹੀ ਆਪਾਂ ਕੀ ਕਹਿੰਦੇ, ਫੈਗੋਸਾਈਟੋਸਿਸ। ਮਤਲਬ ਜੋ ਵੀ ਐਂਟੀਜਨ ਹੈ ਜਾਂ ਬੈਕਟੀਰੀਆ ਉਸ ਨੂੰ ਨਿਗਲ ਕੇ ਉਸ ਨੂੰ ਖਤਮ ਕਰਨਾ। ਅੱਗੇ ਨਿਊਟਰਲਾਈਜੇਸ਼ਨ। ਨਿਊਟਰਲਾਈਜੇਸ਼ਨ ਕੀ ਹੈ, ਇਸ ਦੇ ਵਿੱਚ ਕੁਝ ਐਂਟੀਬੋਡੀਜ਼ ਇਦਾਂ ਦੀ ਹੁੰਦੀਆਂ ਜੋ ਟੌਕਸਿਨ ਜਿਹੜੀ ਹੁੰਦੀ ਬੈਕਟੀਰੀਆ ਦੇ ਨਾਲ ਅਟੈਚ ਹੋ ਜਾਂਦੇ। ਸਪੋਜ਼ ਕਰੋ ਇਹ ਆਪਣੇ ਕੋਲ ਕੀ ਪਿਆ, ਮਾਈਕਰੋਬ ਅੱਧਾ ਬਣਾ ਦਿੰਦੇ, ਇੱਕ ਤਰ੍ਹਾਂ ਦਾ ਮਾਈਕਰੋਬ ਹੈ ਜੋ ਟੌਕਸਿਨ ਮਾਈਕਰੋਬ और टॉक्सिन माइक्रोब। तो टॉक्सिन माइक्रोब की करेगा, अगर इस दे नाल एंटीबॉडी अटैच हो जाए, एंटीबॉडी आके की हो जाए, अटैच हो जाए, एंटीबॉडी दे नाल अटैच होगी तो की करेगी, जो इसकी टॉक्सिसिटी होएगी इस माइक्रोब की उसनू की कर देगी, ये खत्म कर देगी। जो टॉक्सिसिटी होएगी बैक्टीरिया की उसनू खत्म कर देगी। तो ਇਹੋ ਜਿਹੇ ਵੀ ਕੁਝ ਐਂਟੀਬੋਡੀਜ਼ ਹੁੰਦੀਆਂ ਜਿਹੜੀ ਕੀ ਕਰਦੀਆਂ, ਨਿਊਟਰਲਾਈਜ਼ ਵੀ ਕਰ ਸਕਦੀਆਂ ਉਸ ਬੈਕਟੀਰੀਆ ਦੇ ਇਫੈਕਟ ਨੂੰ। ਤਾਂ ਇਹ ਰਿਐਕਸ਼ਨ ਮੋਡ ਆਫ ਰਿਐਕਸ਼ਨ ਦੇ ਰੱਖਿਆ ਕਿ ਕਿੱਦਾਂ ਕਿੱਦਾਂ ਐਂਟੀਬੋਡੀ ਕੰਮ ਕਰਦੀ ਹੈ। ਐਗਲੂਟੀਨ ਸੈੱਲ ਲਾਈਸਿਸ ਕਰਾ ਸਕਦੀ ਹੈ, ਫੈਗੋਸਾਈਟੋਸਿਸ ਕਰਾਉਂਦੀ ਹੈ, ਜਾਂ ਫਿਰ ਬੈਕਟੀਰੀਆ ਦੀ ਜਿਹੜੀ ਟੌਕਸਿਸਿਟੀ ਹੋਏਗੀ ਉਸ ਨੂੰ ਕੀ ਕਰ ਦੇਗੀ, ਨਿਊਟਰਲ ਕਰ ਦੇਗੀ। ਨੈਕਸਟ ਐਂਟੀਬੋਡੀਜ਼ ਦੇ ਰੱਖੀ ਆਪਣੇ ਕੋਲ, ਆ ਤੁਸੀਂ ਐਂਟੀਬੋਡੀਜ਼ ਅਕੋਰਡਿੰਗ ਟੂ ਸਾਈਜ਼ ਦੇਖਣਾ। ਆਹ ਵਾਲਾ ਤੁਸੀਂ ਫੋਲੋ ਨਹੀਂ ਕਰਨਾ, ਇਹ ਫੋਲੋ ਨਹੀਂ ਕਰਨਾ, ਸਿਰਫ ਉੱਪਰ ਵਾਲਾ ਦੇਖਣਾ ਅਕੋਰਡਿੰਗ ਟੂ ਸਾਈਜ਼। ਸਭ ਤੋਂ ਵੱਡੀ ਐਂਟੀਬੋਡੀ ਦੀ ਗੱਲ ਕਰਦੇ ਤੇ ਕਿਹੜੀ ਵਾਲੀ ਹੈਗੀ ਹੈ, ਐਮਓ ਵਾਲੀ, IgM। ਸੈਕਿੰਡ ਤੇ IEG, थर्ड नंबर पे IgD और IgA और लास्ट ਤੇ IgG। ਇਹਨਾਂ ਦਾ ਸਾਈਜ਼ ਅਕੋਰਡਿੰਗ ਹੈ, ਮੋਲੀਕੂਲਰ ਜਿਹੜਾ weight ਹੈ ਉਸ ਅਕੋਰਡਿੰਗ ਹੈ। ਤਾਂ ਔਰ ਇਸ ਚੀਜ਼ ਨੂੰ ਆਪਾਂ ਇਹ ਵੀ ਦੇਖ ਸਕਦੇ ਹਾਂ, ਜੋ ਨੀਚੇ ਆਪਣੇ ਕੋਲ ਦੇ ਰੱਖੀ ਸੀ ਉਹ ਕੀ ਪਰਸੈਂਟੇਜ ਅਕੋਰਡਿੰਗ ਸੀ। ਜੋ ਨੀਚੇ ਵਾਲੀ ਆਪਣੇ ਕੋਲ ਗਮੜੀ ਆ ਨੀਚੇ ਦੇ ਰੱਖੀ ਹੈ,
ਗਮੜੀ ਦੇ ਰੱਖੀ ਕਿ ਟੋਟਲ ਕੁਆਂਟੀਟੀ ਕਿਹੜੇ ਵਾਲੀ ਐਂਟੀਬੋਡੀ ਦੇ ਵਿੱਚ ਜ਼ਿਆਦਾ ਹੋਏਗੀ। ਸਭ ਤੋਂ ਮੈਕਸਿਮਮ ਕਿਹੜੇ ਵਾਲੀ ਹੈਗੀ ਆ, ਜੀ, IgG। ਇਹ ਸੈਕਿੰਡ ਨੰਬਰ ਤੇ ਹੈ, ਜਿਹਦੀ ਆਪਾਂ ਪਰਸੈਂਟੇਜ ਦੇਖ ਸਕਦੇ ਹਾਂ। ਟੋਟਲ ਕੁਆਂਟੀਟੀ ਜਿਹੜੀ ਹੈਗੀ ਹੈ 10% ਹੋਏਗੀ ਆਊਟ ਆਫ ਟੋਟਲ ਐਂਟੀਬੋਡੀ। MO ਵਾਲੀ ਥਰਡ ਨੰਬਰ ਤੇ ਹੈ, ਔਰ ਫੋਰਥ ਨੰਬਰ ਤੇ D ਵਾਲੀ। ਔਰ ਸਭ ਤੋਂ ਸਮॉल ਕੁਆਂਟੀਟੀ ਵਿੱਚ ਅਗਰ ਕੋਈ ਹੋਏਗੀ ਐਂਟੀਬੋਡੀ, ਉਹ ਕਿਹੜੇ ਵਾਲੀ ਹੈ, E ਵਾਲੀ। ਇਹਨੇ ਹੁਣ ਦੇ ਰੱਖਿਆ ਕਿ ਮੇਨ ਕਰੈਕਟਰਿਸਟਿਕਸ ਔਰ ਇਹਦੀ ਅਕਰੈਂਸ ਕਿੱਥੋਂ ਹੋਏਗੀ, ਇਹ ਕਿੱਦਾਂ ਬੋਡੀ ਦੇ ਵਿੱਚ ਜਾਂਦੀਆਂ, ਕਿੱਦਾਂ ਮਿਲਦੀਆਂ। ਤਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਹਦੀ। ਇਹ ਜੋ ਆਪਾਂ ਮਿਲਕ ਫੀਡ ਕਰਦੇ ਹਾਂ, ਮਦਰ ਦਾ ਫਸਟ ਮਿਲਕ ਹੁੰਦਾ ਗਾ, ਉਸਦੇ ਕੋਲਸਟ੍ਰਮ ਦੇ ਵਿੱਚ ਇਹ ਵਾਲੀ ਐਂਟੀਬੋਡੀ ਹੋਏਗੀ। ਔਰ ਪ੍ਰਾਇਮਰੀ ਐਂਟੀਬੋਡੀ ਪ੍ਰੈਜ਼ੈਂਟ ਇਨ ਕੋਲਸਟ੍ਰਮ। ਔਰ ਸੈਕਿੰਡ ਸਲਾਈਵਾ ਮਿਊਕਸ, ਇਹਦੇ ਵਿੱਚ ਵੀ ਕੀ ਹੋਏਗੀ, ਅਦਰ ਸੈਕ੍ਰੀਸ਼ਨ ਜਿਹੜੀ ਹੁੰਦੀ ਆ ਉਹਦੇ ਵਿੱਚ ਵੀ ਇਹ ਵਾਲੀ ਐਂਟੀਬੋਡੀ ਪ੍ਰੈਜ਼ੈਂਟ ਹੋਏਗੀ। ਔਰ ਇਹਦਾ ਕੰਮ ਕੀ ਹੈ, ਐਂਟੀਬੋਡੀ, ਇਸ ਐਂਟੀਬੋਡੀ ਦਾ ਕੰਮ ਹੈ ਮਿਊਕਸ protection of a mucous membrane and outer surfaces of the body and protection from inhaled or ingestion pathogen। ਜੋ ਆਪਾਂ ਖਾ ਰਹੇ ਹਾਂ ਜਾਂ ਪੀ ਰਹੇ ਹਾਂ, ਮਿਊਕਸ ਦੇਖੋ ਸਲਾਈਵਾ ਕਿੱਥੇ ਹੋਏਗਾ ਜਾਂ ਮਿਊਕਸ ਕਿੱਥੇ ਹੋਏਗਾ, ਜਿੱਥੇ ਆਪਾਂ ਕੁਝ ਚੀਜ਼ਾਂ ਖਾ ਰਹੇ ਹਾਂ ਜਾਂ ਇਨਹੇਲ ਕਰ ਰਹੇ ਹਾਂ। ਇਨਹੇਲ ਦੇ ਨਾਲ ਜੋ ਬੈਕਟੀਰੀਆ ਜਾਏਗਾ ਤਾਂ ਉੱਥੇ ਜਿਹੜੀ ਵਾਲੀ ਹੋਏਗੀ IgA ਵਾਲੀ ਐਂਟੀਬੋਡੀ ਪ੍ਰੈਜ਼ੈਂਟ ਹੋਏਗੀ। ਸੈਕਿੰਡ ਨੰਬਰ IgD। ਤਾਂ IgD ਕਿੱਥੇ ਆਪਾਂ ਨੂੰ ਮਿਲੇਗੀ, ਪ੍ਰੈਜ਼ੈਂਟ ਇਨ ਟ੍ਰੇਸ ਅਮਾਊਂਟ ਔਨ ਦੀ ਸਰਫੇਸ ਆਫ ਲਿੰਫੋਸਾਈਟ। ਜਿਹੜੇ ਲਿੰਫੋਸਾਈਟ ਹੋਣਗੇ ਉਸਦੇ ਕੀ ਹੋਏਗਾ, ਸਰਫੇਸ ਦੇ ਉੱਪਰ ਪ੍ਰੈਜ਼ੈਂਟ ਹੋਏਗੀ। ਲਿੰਫੋਸਾਈਟ ਕਿਹੜੇ ਵਾਲੇ ਆ, ਆਪਣੇ ਕੋਲੋਂ B ਸੈਲ ਔਰ T ਸੈਲ। ਇਹ ਦੋ ਤਰ੍ਹਾਂ ਦੇ ਲਿੰਫੋਸਾਈਟ ਹੈਗੇ B ਸੈਲ, ਉਹਨਾਂ ਦੇ ਸਰਫੇਸ ਤੇ ਇਹ ਵਾਲੀ ਐਂਟੀਬੋਡੀ ਪਾਈ ਜਾਂਦੀ ਹੈ। ਔਰ ਇਹਨਾਂ ਦੇ ਕੰਮ ਕੀ ਹੈ, ਐਕਟੀਵੇਸ਼ਨ ਆਫ B ਲਿੰਫੋਸਾਈਟ ਐਂਡ ਸਪੋਰਟ ਇਮਿਊਨ ਰਿਐਕਸ਼ਨ। ਜਿੰਨੀਆਂ ਵੀ ਇਮਿਊਨ ਰਿਐਕਸ਼ਨ ਹੈਗੀਆਂ ਉਸ ਨੂੰ ਸਪੋਰਟ ਕਰੇਗੀ ਇਹ ਵਾਲੀ IgD। IgE ਕਿਹੜੇ ਵਾਲੀ ਹੈਗੀ ਹੈ, ਪ੍ਰੈਜ਼ੈਂਟ ਇਨ ਅ ਵੈਰੀ ਸਮਾਲ ਕੁਆਂਟੀਟੀ, ਸ਼ੋ ਸਪੈਸਿਫਿਕ ਲਿੰਕੇਜ ਵਿਦ ਦ ਮਾਸਟ ਸੈਲ ਐਂਡ ਬੇਸੋਫਿਲ ਸੈਲ। ਬੇਸੋਫਿਲ ਸੈਲ ਕਿਹੜੇ ਵਾਲੇ ਸੀਗੇ, ਜਿਹੜੇ ਐਲਰਜੀ ਦੇ ਅਗੇਂਸਟ ਐਕਟ ਕਰਦੇ ਗਏ। ਤਾਂ IgE ਜਿਹੜੀ ਐਂਟੀਬੋਡੀ ਹੈ, ਇਸ ਦਾ ਕੰਮ ਵੀ ਕੀ ਹੈਗਾ, ਮਾਸਟ ਸੈਲ। ਮਾਸਟ ਸੈਲ ਕਦੋਂ ਕਰਦੇ ਆ, ਐਲਰਜਿਕ ਜਿਹੜੀਆਂ ਰਿਐਕਸ਼ਨ ਹੋਣਗੀਆਂ ਉਸ ਦੇ ਵਿੱਚ ਕਿਹੜੇ ਵਾਲੇ ਹੁੰਦੇ ਆ, ਮਾਸਟ ਸੈਲ ਹੀ ਰਿਐਕਸ਼ਨ ਦਿੰਦੇ ਗਏ। ਜਦੋਂ ਕੋਈ ਲਾਰਜਨ ਬੋਡੀ ਦੇ ਵਿੱਚ ਐਂਟਰ ਕਰਦਾ ਜਾਂ ਕੋਈ ਇਦਾਂ ਦਾ ਕੋਈ ਐਂਟੀਜਨ ਜਿਸ ਤੋਂ ਕਿਸੇ ਪਾਰਟਿਕੂਲਰ ਪਰਸਨ ਨੂੰ ਅਲਰਜੀ ਹੁੰਦੀ, ਤਾਂ ਉਹਦੇ ਮਾਸਟ ਸੈਲ ਹੀ ਕੀ ਕਰਦੇ ਆ, ਰਿਸਪੌਂਸ ਦਿੰਦੇ ਆ, ਇਮਿਊਨ ਸਿਸਟਮ ਕਰਦੇ ਆ। The stimulation of mast cell are related to allergic reaction and protection from a parasite। जो पैरासाइट होने के उसको भी प्रोटेक्शन करती है IgG। एलर्जिक रिएक्शन, एलर्जिक रिएक्शन एंड जो पैरासाइट होंगे उसको भी प्रोटेक्ट करती है। थर्ड नंबर ते अपने को है, और फोर्थ नंबर ते IgG। नेक्स्ट है IgG। ये मोस्ट कॉमन होएगी एंड स्मॉलेस्ट। देखो ये सब तो अगर पूछा जाए ना, सब तो स्मॉलेस्ट केड़े वाली है, तो स्मॉलेस्ट आ वाली है। ऊपर आप करके भी आए हैं मेदाग, और स्मॉलेस्ट है इवन कि प्लेजेंटा ਦੇ ਵਿੱਚੋਂ ਵੀ ਪਾਸ ਕਰ ਜਾਂਦੀ ਹੈ। प्लेजेंटा ਜਦੋਂ ਬੇਬੀ ਗਰੋਥ ਕਰ ਰਿਹਾ ਹੁੰਦਾ ਵੋਮ ਦੇ ਅੰਦਰ, ਤਾਂ प्लेजेंटा ਦੇ ਥਰੂ ਹਰੇਕ ਤਰ੍ਹਾਂ ਦੇ ਉਹ ਆਪਣੇ ਨਿਊਟ੍ਰੀਸ਼ਨ ਲੈਂਦਾ। ਤਾਂ ਉਸ ਜੋ ਬਲੱਡ ਹੁੰਦਾ ਹੈਗਾ ਜਾਂ ਲਿਕੁਇਡ ਜਿਹੜੇ ਮਦਰ ਦੇ ਬੇਬੀ ਦੇ ਨਾਲ ਫਿਊਜ਼ ਹੁੰਦੇ, ਤਾਂ ਉਸ ਲਿਕੁਇਡ ਦੇ ਜ਼ਰੀਏ IgG ਜਿਹੜੀ ਹੁੰਦੀ ਹੈ ਇਹ प्लेजेंटा ਦੇ ਥਰੂ ਕ੍ਰੋਸ ਕਰਕੇ ਬੇਬੀ ਤੱਕ ਪਹੁੰਚ ਜਾਂਦੀ ਹੈ। ਮੋਸਟ ਕਾਮਨ ਐਂਡ ਸਮੋਲੈਸਟ ਐਂਟੀਬੋਡੀ, ਇਟ ਹੈਜ਼ ਅ ਕੈਪੈਸਿਟੀ ਟੂ ਪਾਸ ਥਰੂ ਅ प्लेजेंटा। ਔਰ ਇਹਦਾ ਕੰਮ ਕੀ, ਪ੍ਰੋਵਾਈਡ ਇਮਿਊਨ ਪਾਵਰ ਟੂ ਅ ਹਿਊਮਨ ਐਮਬ੍ਰੀਓ। ਐਮਬ੍ਰੀਓ ਦੇ ਵਿੱਚ ਇਮਿਊਨ ਪਾਵਰ ਦੇਣਾ, ਔਰ ਸਪੈਸੀਫਿਕ ਲਿੰਕੇਜ ਵਿਦ ਫੈਗੋਸਿਟਿਕ ਸੈਲ ਐਂਡ ਫੈਗੋਸਾਈਟੋਸਿਸ। ਫੈਗੋਸਿਟਿਕ ਸੈਲ ਦੇ ਨਾਲ ਇਹਨਾਂ ਦੇ ਲਿੰਕ ਹੋਏਗਾ ਐਂਡ ਫੈਗੋਸਾਈਟੋਸਿਸ ਕਰਾਏ ਗਏ। ਨੈਕਸਟ ਹੈ IgM। ਇਹ ਸਭ ਤੋਂ 올ਡੈਸਟ ਹੈ ਤੇ ਫਸਟ ਐਂਟੀਬੋਡੀ ਜਨਰੇਟ ਹੋਏਗੀ। ਜਦੋਂ ਵੀ ਕੋਈ ਬੈਕਟੀਰੀਆ ਜਾਂ ਐਂਟੀਜਨ ਅਟੈਕ ਕਰੇਗਾ ਬੋਡੀ ਦੇ ਉੱਪਰ, ਤਾਂ ਸਭ ਤੋਂ ਪਹਿਲਾਂ ਫਸਟ ਰਿਸਪੌਂਸ ਜਿਹੜਾ ਹੋਏਗਾ, ਕੁਇਕ ਰਿਸਪੌਂਸ ਜਿਹੜਾ ਹੋਏਗਾ ਇਹਦਾ ਹੀ ਹੋਏਗਾ। क्विक रिस्पॉन्स जेड़ा भी होएगा, क्विक एंड फर्स्ट रिस्पॉन्स। क्विक एंड फर्स्ट रिस्पॉन्स किदा आना, IgM एंटीबॉडी दा ही आएगा। रिस्पॉन्स टू एंटीजन, इट इज द लार्जेस्ट IG विद द पेंटामेरिक फॉर्म। ਜਿਹੜੀ IG ਹੈ ਆਪਣੇ ਕੋਲ IgM, ਇਹ ਪੈਂਟਾਮੈਰਿਕ ਫਾਰਮ ਚ ਹੋਏਗੀ। ਪੈਂਟਾਮੋਰਿਕ ਫਾਰਮ ਜਿਵੇਂ ਆਪਾਂ ਕਹਿੰਦੇ ਡਾਈਵੈਲੈਂਟ ਹੋ ਜਾਂਦਾ ਆਪਣੇ ਕੋਲ,
ਡਾਇਮਰ ਹੁੰਦਾ ਨਾ, ਜਦੋਂ ਆਪਾਂ ਆਕਸੀਜਨ ਕਹਿ ਦਿੰਦੇ ਕਿ O2 ਉਦਾਂ ਹੀ ਜਿਹੜੀ IgM ਹੈਗੀ ਇਹ ਪੈਂਟਾਮੈਰਿਕ ਹੋਏਗੀ। 5 ਮੋਨੋਮਰ ਮਿਲ ਕੇ ਇਹ ਵਾਲਾ ਕੀ ਬਣਾਏਗੀ, IgM ਬਣਾਏਗੀ। ਐਂਟੀਬੋਡੀ ਦੇ ਕੀ ਆ, 5 ਮੋਨੋਮਰ ਮਿਲ ਕੇ ਇਹ ਕੀ ਬਣਾਏਗੀ, ਇੱਕ ਇਸ ਦਾ ਮੋਲੀਕੂਲ ਬਣੇਗਾ ਜਿਸ ਨੂੰ ਆਪਾਂ ਕੀ ਕਹਿੰਦੇ, ਪੈਂਟਾਮੈਰਿਕ ਇਹ ਵਾਲੀ। or this antibody appears first at the time of defense generate a strong agglutination। ਆਪਾਂ ਪਿੱਛੇ ਵੀ ਕਰਕੇ ਆਏ agglutination ਕਰਨ ਵਿੱਚ ਵੀ ਕੀ ਕਰੇਗੀ, ਹੈਲਪ ਕਰੇਗੀ। and also related to complement system। ਇਹ ਸਾਰੇ ਆਪਾਂ ਕਰਕੇ ਆਏ ਆ ਐਂਟੀਬੋਡੀਜ਼ ਕਿਸ ਕਿਸ ਰਿਸਪੌਂਸ ਵਿੱਚ ਕਿਹੜੇ ਵਾਲੀ ਐਂਟੀਬੋਡੀ ਆਏਗੀ, ਕਿਹੜੀ ਐਂਟੀਬੋਡੀ ਦੀ ਅਕਰੈਂਸ ਕਦੋਂ ਹੋਏਗੀ, ਤੇ ਸਾਰੀਆਂ ਐਂਟੀਬੋਡੀਜ਼ ਆਪਾਂ ਡਿਸਕਸ ਕਰ ਚੁੱਕੇ ਹਾਂ। ਔਰ ਨੈਕਸਟ ਹੈ ਆਪਣੇ ਕੋਲ ਵੈਕਸੀਨੇਸ਼ਨ। ਇੰਪੋਰਟੈਂਟ ਟੌਪਿਕ ਹੈ ਵੈਕਸੀਨੇਸ਼ਨ। ਤਾਂ ਵੈਕਸੀਨੇਸ਼ਨ ਹੈ ਕਿ ਇਹਦੇ ਵਿੱਚ ਵੈਕਸੀਨੇਸ਼ਨ ਤੇ ਆਪਾਂ ਆਲਰੇਡੀ ਦੱਸ ਚੁੱਕੇ ਹਾਂ। ਡੈਡ ਜਾਂ ਫਿਰ ਵੀਕੈਂਟ ਕੀ ਕਰੇ ਜਾਂਦੇ ਆ, ਪੈਥੋਜਨ ਨੂੰ ਹੀ ਬੋਡੀ ਦੇ ਵਿੱਚ ਇੰਜੈਕਟ ਕਰਿਆ ਜਾਂਦਾ ਹੈ। ਵੈਕਸੀਨ ਇਜ਼ ਦੀ ਸਸਪੈਂਸ਼ਨ ਆਫ ਅਟੈਨੂਏਟਡ ਜਾਂ ਇਨਐਕਟਿਵ, ਅਟੈਨੂਏਟਡ ਕੀ ਵੀਕਨ ਵਾਲੇ ਹੋਗਾ, ਜਾਂ ਇਨਐਕਟਿਵ ਪੈਥੋਜਨ ਜਾਂ ਫਿਰ ਐਂਟੀਜੈਨਿਕ protein which is taken orally or injected to provide immunity against the pathogen। ਕਿ ਬੋਡੀ ਦੇ ਵਿੱਚ ਕੀ ਕਰਿਆ ਜਾਂਦਾ, ਇੰਜੈਕਟ ਕਰਿਆ ਜਾਂਦਾ, ਬੋਡੀ ਦੇ ਵਿੱਚ ਇੰਜੈਕਟ ਕਰਿਆ ਜਾਏਗਾ ਕਿਹੜੇ ਵਾਲੇ, ਵੀਕਨ ਔਰ ਡੈਡ ਮਾਈਕਰੋਬਸ, ਡੈਡ ਐਂਟੀਜਨ ਜਾਂ ਫਿਰ ਆਪਣੇ ਐਂਟੀਜੈਨਿਕ ਪ੍ਰੋਟੀਨ, ਐਂਟੀਜੈਨਿਕ ਪ੍ਰੋਟੀਨ। ਜਦੋਂ ਇਹ ਇੰਜੈਕਟ ਕਰੇ ਜਾਣਗੇ ਤਾਂ ਕੀ ਕਰੇਗਾ, ਬੋਡੀ ਇਸ ਦੇ ਅਗੇਂਸਟ ਕੀ ਕਰੇਗੀ, ਰਿਸਪੌਂਸ ਦੇਗੀ, ਆਪਣਾ ਰਿਸਪੌਂਸ ਦੇਗੀ। ਕਿਉਂਕਿ ਡੈਡ ਜਾਂ ਵੀਕੈਂਡ ਹੈਗੇ ਤਾਂ ਇੰਨੇ ਜ਼ਿਆਦਾ ਸਟਰੋਂਗਲੀ ਬੋਡੀ ਦੇ ਉੱਪਰ ਅਟੈਕ ਨਹੀਂ ਕਰਨਗੇ, ਲੇਕਿਨ ਬੋਡੀ ਕੀ ਕਰੇਗੀ, ਇਸ ਰਿਸਪੌਂਸ ਵਜੋਂ ਐਂਟੀਬੋਡੀ ਬਣਾ ਕੇ ਰੱਖ ਲੇਗੀ, ਐਂਟੀਬੋਡੀ ਫॉर ਫਿਊਚਰ ਰਿਸਪੌਂਸ। ਕਿਉਂਕਿ ਵੀਕ ਹੈਗੇ ਆ ਹੁਣ ਤਾਂ ਬੋਡੀ ਇਸ ਦੇ ਅਗੇਂਸਟ ਐਕਸ਼ਨ ਆਪਣਾ ਦੇਗੀ, ਲੇਕਿਨ ਐਕਸ਼ਨ ਦੇਣ ਦੇ ਨਾਲ ਨਾਲ ਕੀ ਕਰੇਗੀ, ਜਿੱਦਾਂ ਆਪਾਂ ਮੈਮਰੀ ਕਰਕੇ ਆਏ ਨਾ, ਟੀ ਮੈਮਰੀ ਸੈੱਲ ਜਿਹੜੇ ਸੀ, ਉਦਾਂ ਹੀ ਕੀ ਕਰੇਗੀ, ਟੀ ਮੈਮਰੀ ਸੈੱਲ ਵੀ ਇੱਕ ਤਰ੍ਹਾਂ ਮੈਮਰੀ ਬਿਲਡ ਹੋ ਜਾਏਗੀ ਉਸ ਪਾਰਟਿਕੂਲਰ ਜਾਂ ਸਪੈਸੀਫਿਕ ਐਂਟੀਜਨ ਦੇ ਅਗੇਂਸਟ। ਤਾਂ ਹੁਣ ਜਦੋਂ ਐਂਟੀਜਨ ਆਏਗਾ ਤਾਂ ਉਸ ਐਂਟੀਜਨ ਦੇ ਅਗੇਂਸਟ ਕੀ ਹੋ ਗਈ ਆ, ਐਂਟੀਬੋਡੀ ਤਿਆਰ ਹੋ ਚੁੱਕੀ ਹੈ। ਹੁਣ ਜਦੋਂ ਵੀ ਐਂਟੀਜਨ ਉਦਾਂ ਦਾ ਕੋਈ ਅਟੈਕ ਕਰੇਗਾ ਤਾਂ ਉਹ ਐਂਟੀਬੋਡੀ ਕੀ ਕਰੇਗੀ, ਉਸ ਵਾਲੇ ਵੀਕੈਂਡ ਜਾਂ ਐਂਟੀਜਨ ਨੂੰ ਕੀ ਕਰ ਦੇਗੀ, ਉਸਦੀ ਲਾਇਸਿਸ ਕਰਾ ਦੇਗੀ ਜਾਂ ਫਿਰ ਅਗਲੂਟੀਨੇਸ਼ਨ ਹੋ ਜਾਏਗੀ, ਜਿਸ ਨਾਲ ਫਰਦਰ ਉਸ ਟਾਈਪ ਦਾ ਜਿਹੜਾ ਹੋਏਗਾ ਐਂਟੀਜਨ, ਉਸ ਦੇ ਅਟੈਕ ਤੋਂ ਬੋਡੀ ਸੇਫ ਰਹੇਗੀ ਜਾਂ ਆਪਣਾ ਇਮਿਊਨਿਟੀ ਸਟਰੋਂਗ ਕਰ ਲੇਗੀ ਉਸ ਸਪੈਸੀਫਿਕ ਜੋ ਵੀ ਐਂਟੀਜਨ ਹੋਏਗਾ ਜਿਸ ਨੂੰ ਵੈਕਸੀਨੇਸ਼ਨ ਦੇ ਰੂਪ ਵਿੱਚ ਬੋਡੀ ਦੇ ਵਿੱਚ ਇੰਜੈਕਟ ਕਰਿਆ ਸੀ। ਜਿੱਦਾਂ ਕਰੋਨਾ ਦੀ ਆਪਾਂ ਵੈਕਸੀਨ ਲਗਵਾਈ ਹੈ, ਕਰੋਨਾ ਵਿੱਚ ਵੀ ਸੇਮ ਹੀ ਹੈ, ਵੀਕੈਂਡ ਜਾਂ ਫਿਰ ਕੀ ਆ, ਕੁਝ ਐਕਟਿਵ ਵਾਲੇ ਕਿਸੇ ਦੇ ਵਿੱਚ ਇਨਐਕਟਿਵ ਪਾਏ ਸੀ ਜਾਂ ਕਈਆਂ ਦੇ ਵਿੱਚ ਅਟੈਨੂਏਟਡ ਵਾਲੇ ਪਾਏ ਸੀਗੇ। ਔਰ ਬੋਡੀ ਨੇ ਐਂਟੀਬੋਡੀ ਵਾਇਰਸ ਦੇ ਅਗੇਂਸਟ ਬੋਡੀ ਦੇ ਵਿੱਚ ਬਣਾ ਕੇ ਰੱਖ ਲਏ, ਤਾਂ ਕਿ ਫਰਦਰ ਅਗਰ ਕਰੋਨਾ ਵਾਇਰਸ ਬੋਡੀ ਦੇ ਵਿੱਚ ਜਦੋਂ ਵੀ ਜਾਏ ਤਾਂ ਜੋ ਐਂਟੀਬੋਡੀ ਉਸ ਵਾਇਰਸ ਦੇ ਅਗੇਂਸਟ ਪ੍ਰਪੇਅਰ ਹੋ ਗਈ ਹੈ ਬੋਡੀ ਦੇ ਵਿੱਚ, ਉਸ ਵਾਇਰਸ ਨੂੰ ਔਨ ਦੀ ਸਪੋਟ ਹੀ ਕੀ ਕਰਦੇ, ਖਤਮ ਕਰਦੇ, ਔਰ ਉਸ ਦੇ ਫਰਦਰ ਕਿਸੇ ਤਰ੍ਹਾਂ ਦੇ ਇਫੈਕਟ ਤੋਂ ਬਚ ਜੇ ਬੋਡੀ। ਔਰ ਇਸ ਦੇ ਵਿੱਚ ਆਪਣੇ ਕੋਲ ਕੀ ਮਿਲੇਗਾ, ਨੈਕਸਟ ਆਪਾਂ ਅੱਗੇ ਵੀ ਕਰਕੇ ਆਏ ਵੈਕਸੀਨੇਸ਼ਨ ਕਿੰਨੇ ਤਰ੍ਹਾਂ ਦੀ, ਜੋ ਆਪਾਂ ਅਕਵਾਇਰਡ ਦੂਸਰੀ ਤਰ੍ਹਾਂ ਦੇ ਆਪਾਂ ਕਰਕੇ ਆਏ, ਤਾਂ ਇਹਦੇ ਵਿੱਚ ਕੀ ਹੋਏਗੀ, ਵੈਕਸੀਨੇਸ਼ਨ ਇੱਕ ਤਰ੍ਹਾਂ ਦੀ ਪੈਸਿਵ ਇਮਿਊਨਾਈਜੇਸ਼ਨ ਹੈ, ਪੈਸਿਵ ਵੈਕਸੀਨੇਸ਼ਨ ਕਰਕੇ ਪੈਸਿਵ। ਔਰ ਇੱਕ ਐਕਟਿਵ ਵੀ ਹੋ ਸਕਦੀ, ਐਕਟਿਵ ਕਿੱਦਾਂ ਹੋਏਗੀ, ਜਦੋਂ ਆਪਾਂ ਕੀ ਕਰਦੇ ਹਾਂ, ਵੀਕੈਂਡ ਵਾਲੇ ਅਗਰ ਮਾਈਕਰੋਬਸ ਆਪਣੇ ਬੋਡੀ ਦੇ ਅੰਦਰ ਐਂਟਰ ਕਰਨਗੇ ਤਾਂ ਬੋਡੀ ਕੀ ਕਰੇਗੀ, ਉਸਦੇ ਅਗੇਂਸਟ ਖੁਦ ਹੀ ਰਿਸਪੌਂਸ ਕਰਕੇ ਉਸਦੇ ਅਗੇਂਸਟ ਐਂਟੀਬੋਡੀ ਬਣਾਏਗੀ, ਉਹ ਤਾਂ ਐਕਟਿਵ ਹੋਗੀ, ਐਕਟਿਵ ਇਮਿਊਨਾਈਜੇਸ਼ਨ। ਔਰ ਪੈਸਿਵ ਦੇ ਵਿੱਚ ਕੀ ਹੈਗਾ ਕਿ ਆਪਾਂ ਬਿਲਕੁਲ ਪਰਫਾਰਮਡ ਵਾਲੀ ਅਗਰ ਪਰਫਾਰਮਡ ਵਾਲੀ ਕੋਈ ਐਂਟੀਬੋਡੀ ਬੋਡੀ ਦੇ ਵਿੱਚ ਐਂਟਰ ਕਰ ਦਿਆਂਗੇ ਤਾਂ ਉਹ ਵਾਲੀ ਕਿਹੜੀ ਹੋਏਗੀ, ਪੈਸਿਵ ਵਾਲੀ। ਪਰਫਾਰਮਡ ਐਂਟੀਬੋਡੀ ਜਦੋਂ ਬੋਡੀ ਦੇ ਵਿੱਚ ਇੰਜੈਕਟ ਕਰੀ ਜਾਏਗੀ ਤਾਂ ਉਹ ਵਾਲੀ ਕਿਹੜੀ ਹੋਏਗੀ ਆਪਣੇ ਕੋਲ, ਪੈਸਿਵ ਇਮਿਊਨਾਈਜੇਸ਼ਨ। ਤਾਂ ਕਿਹੜੇ ਕੇਸ ਵਿੱਚ, ਜਿੱਦਾਂ ਸਨੇਕ ਬਾਈਟ ਅਗਰ ਹੋ ਜਾਂਦੀ ਤਾਂ ਆਪਾਂ ਇੰਜੈਕਸ਼ਨ ਕੀ ਲਗਾਉਂਦੇ ਆ ਕਿ ਉਸ ਪੇਸ਼ੈਂਟ ਨੂੰ ਜੋ ਪਰਫਾਰਮਡ ਐਂਟੀਬੋਡੀ ਦਾ ਇੰਜੈਕਸ਼ਨ ਦਿੱਤਾ ਜਾਂਦਾ ਅਗੇਂਸਟ ਸਨੇਕ ਵਿਨੋਮ। ਤਾਂ ਅਗਰ ਕਿਸੇ ਨੂੰ ਜਿੱਦਾਂ
ਸਨੇਕ ਬਾਈਟ ਕਰਦਾ ਤਾਂ ਉਸ ਅਗੇਂਸਟ ਵਿੱਚ ਬੋਡੀ ਰਿਸਪੌਂਸ ਦੇਣ ਵਿੱਚ ਤਾਂ ਬਹੁਤ ਜ਼ਿਆਦਾ ਟਾਈਮ ਲੈ ਸਕਦੀ ਆ, ਤੇ ਇਸ ਲਈ ਉਸਨੂੰ ਕੀ ਕਰੀ ਜਾਂਦੀ, ਪਰਫੋਰਮ ਐਂਟੀਬੋਡੀ ਹੀ ਇੰਜੈਕਟ ਕਰੀ ਜਾਂਦੀ ਹੈ ਉਸ ਪਰਸਨ ਨੂੰ। ਪਰਫੋਰਮ ਐਂਟੀਬੋਡੀ ਕਰੀ ਜਾਏਗੀ ਇੰਜੈਕਟ, ਜਿਸ ਨਾਲ ਕੀ ਹੋਏਗਾ, ਉਸ ਵਿਨੋਮ ਜੋ ਸਨੇਕ ਵਿਨੋਮ ਹੈ ਉਸ ਦਾ ਤੋੜ ਕੀਤਾ ਜਾਏਗਾ, ਜਾਂ ਆਪਾਂ ਕਹਿ ਸਕਦੇ ਹਾਂ ਉਸ ਦੇ ਰਿਸਪੌਂਸ ਜਾਂ ਉਸ ਦੇ ਅਗੇਂਸਟ ਐਂਟੀਬੋਡੀ ਵਰਕ ਕਰੇਗੀ ਔਰ ਜਾਨ ਬਚਾਈ ਜਾ ਸਕਦੀ ਹੈ। ਕਿਉਂਕਿ ਬੋਡੀ ਅਗਰ ਖੁਦ ਤੋਂ ਇਹ ਚੀਜ਼ ਕਰੇਗੀ, ਐਂਟੀਬੋਡੀ ਪ੍ਰਪੇਅਰ ਕਰੇਗੀ, ਤਾਂ ਬਹੁਤ ਟਾਈਮ ਲੱਗ ਸਕਦਾ ਹੈ। ਤੇ ਇਸ ਲਈ ਸਨੇਕ ਵਿਨੋਮ ਦੇ ਅਗੇਂਸਟ ਜਿਹੜੀ ਬੋਡੀ ਜਿਹੜੀ ਐਂਟੀਬੋਡੀ ਹੁੰਦੀ ਹੈ ਉਹ ਪਰਫੋਰਮ ਐਂਟੀਬੋਡੀ ਹੀ ਇੰਜੈਕਟ ਕਰੀ ਜਾਂਦੀ ਹੈ, ਤਾਂ ਕਿ ਸਨੇਕ ਬਾਈਟ ਤੇ ਜਿਹੜਾ ਇਫੈਕਟ ਹੈ ਉਸ ਨੂੰ ਨਿਊਟਰਲਾਈਜ਼ ਕਰਿਆ ਜਾ ਸਕੇ। ਨੈਕਸਟ ਹੈ ਆਪਣੇ ਕੋਲ ਕੁਐਸਚਨ ਇੰਪੋਰਟੈਂਟ ਹੈ, ਇੱਕ ਕੁਐਸਚਨ ਇੱਥੋਂ ਆਇਆ ਵੀ ਹੋਇਆ 41 ਕਾਰਡ ਦੇ ਵਿੱਚ। ਐਡਵਰਡ ਜੈਨਰ ਜੋ ਹੈ, ਐਡਵਰਡ ਜੈਨਰ, ਇਸਨੇ ਸਭ ਤੋਂ ਪਹਿਲਾਂ ਵੈਕਸੀਨ ਬਣਾਈ ਸੀ, ਐਡਵਰਡ ਜੈਨਰ। ਔਰ ਸਭ ਤੋਂ ਪਹਿਲਾਂ ਵੈਕਸੀਨ ਆਈ ਕਿਹਦੀ ਸੀ, ਸਮਾਲ ਪੌਕਸ ਦੀ। ਇਹ ਪ੍ਰਪੇਅਰਡ ਵੈਕਸੀਨ ਫॉर ਸਮਾਲ ਪੌਕਸ, ਇਹ ਸਭ ਤੋਂ ਪਹਿਲੀ ਵੈਕਸੀਨ ਸੀ ਜੋ ਕੀ ਹੈ ਸਭ ਤੋਂ ਪਹਿਲਾਂ ਮੈਨ ਮੇਡ ਆਈ ਸੀਗੀ ਸਮਾਲ ਪੌਕਸ ਦੀ। ਸਮਾਲ ਪੌਕਸ ਵੈਕਸੀਨ ਜਿਹੜੀ ਹੈਗੀ ਇਹ ਫਸਟ ਸੀਗੀ, ਫਸਟ ਵੈਕਸੀਨ ਬਣਾਇਆ ਕਿਨੇ ਸੀਗਾ, ਐਡਵਰਡ ਜੈਨਰ ਨੇ। ਐਡਵਰਡ ਜੈਨਰ ਨੇ ਫਸਟ ਵੈਕਸੀਨ ਬਣਾਈ ਸੀਗੀ, ਫਾਰਮ ਕਰੀ ਸੀ, ਔਰ ਕਿਸ ਲਈ ਬਣਾਈ ਸੀ, ਸਮਾਲ ਪੌਕਸ ਦੀ ਵੈਕਸੀਨ। ਇੰਪੋਰਟੈਂਟ ਹੈ। ਔਰ ਫਾਦਰ ਆਫ ਜਿਹੜਾ ਫਾਦਰ ਆਫ ਇਮਿਊਨਾਈਜੇਸ਼ਨ ਕਿਹਨੂੰ ਕਿਹਾ ਜਾਂਦਾ, ਐਡਵਰਡ ਜੈਨਰ। ਤਾਂ ਨੈਕਸਟ ਇਹ ਵੀ ਪੁੱਛ ਸਕਦੇ, ਲੂਇਸ ਪਾਸਚਰ ਨੇ ਕਿਹੜੇ ਕਿਹੜੇ ਡਿਸਕਵਰ ਕਰੀਆਂ, ਉਸਨੇ ਕਿਹੜੇ ਕਿਹੜੇ ਡਿਸਕਵਰ ਕਰੀਆਂ, ਐਂਥ੍ਰੈਕਸ, ਚਿਕਨ, ਕੋਲੇਰਾ ਤੇ ਰੈਬਿਜ਼। ਇਹ ਵਾਲੀਆਂ ਜਿਹੜੀਆਂ ਹੈਗੀਆਂ ਇਹ ਕਿਹਦੇ ਨਾਮ ਤੇ ਹੈ, ਲੂਇਸ ਪਾਸਚਰ ਤੇ। ਹੀ ਡਿਸਕਵਰ ਦੀ ਪ੍ਰੋਸੈਸ ਇਨ ਐਕਟੀਵੇਟਿੰਗ ਦੀ ਪੈਥੋਜਨ ਐਂਡ ਪ੍ਰੀਪੇਅਰਡ ਵੈਕਸੀਨ ਫॉर। ਪੁੱਛ ਸਕਦੇ ਆ ਲੂਇਸ ਪਾਸਚਰ ਨੇ ਕਿਹੜੀ ਵਾਲੀ ਕਰੀ ਹੈ, ਐਂਥ੍ਰੈਕਸ, ਚਿਕਨ, ਕੋਲੇਰਾ, ਰੈਬਿਜ਼। ਔਰ ਨੈਕਸਟ ਹੈ ਵੌਨ ਬੇਰਿੰਗ। ਵੌਨ ਬੇਰਿੰਗ ਨੇ ਕਿਹਦੇ ਲਈ ਕਰੀ ਹੈ, ਇਹਨੇ ਕਰੀ ਹੈ ਫਾਦਰ ਆਫ ਪੈਸਿਵ ਇਮਿਊਨਾਈਜੇਸ਼ਨ। ਪੈਸਿਵ ਦੇ ਵਿੱਚ ਕੀ ਹੁੰਦਾ ਕਿ ਆਪਾਂ ਬਿਲਕੁਲ ਪ੍ਰਪੇਅਰ ਕਰੀ ਹੋਈ ਐਂਟੀਬੋਡੀ ਨੂੰ ਹੀ ਡਾਲਦੇ ਆ। ਪੈਸਿਵ ਦੇ ਵਿੱਚ ਆਪਾਂ ਨੂੰ ਪਤਾ ਕਿ ਪਰਫਾਰਮਡ ਐਂਟੀਬੋਡੀ ਹੀ ਬੋਡੀ ਦੇ ਵਿੱਚ ਡਾਲੀ ਜਾਏਗੀ। ਤਾਂ ਐਂਟੀ ਡਿਪਥੈਰਲ ਇਹ ਹੁੰਦਾ ਜਿੱਦਾਂ ਪਸ਼ੂਆਂ ਦੇ ਵਿੱਚ ਗਲ ਘੋਟੂ ਦੀ ਜਿਹੜੀ ਚੱਲ ਜਾਂਦੀ ਹੈ ਬਿਮਾਰੀ, ਉਸ ਨੂੰ ਕਹਿੰਦੇ ਆਪਾਂ ਐਂਟੀ ਡਿਪਥੈਰਲ ਗਲ ਘੋਟੂ। ਤਾਂ ਗਲ ਘੋਟੂ ਦੀ ਜਿਹੜੀ ਬਿਮਾਰੀ ਹੈਗੀ ਆ ਉਸ ਲਈ ਜਿਹੜੀ ਬਣਾਈ ਸੀ ਇਮਿਊਨਾਈਜੇਸ਼ਨ, ਪੈਸਿਵ ਇਮਿਊਨਾਈਜੇਸ਼ਨ ਆ, ਉਹ ਕਿੰਨੇ ਕਰੀ ਸੀ, ਵੌਨ ਬੇਰਿੰਗ ਨੇ। He discovered the process of passive immunization and prepared the antidiphtheral serum by injecting diphtheria antigen into sheep। sheep ਦੇ ਵਿੱਚ ਇਸਨੇ ਉਸ ਨੂੰ ਇੰਜੈਕਟ ਕਰਕੇ ਇਸ ਦੀ ਬਣਾਈ ਸੀ antidiphtheral serum। ਔਰ ਵੌਨ ਬੇਰਿੰਗ ਨੂੰ ਫਾਦਰ ਆਫ ਪੈਸਿਵ ਇਮਿਊਨਾਈਜੇਸ਼ਨ ਕਿਹਾ ਜਾਂਦਾ, ਫਾਦਰ ਆਫ ਪੈਸਿਵ ਇਮਿਊਨਾਈਜੇਸ਼ਨ। ਫਾਦਰ ਆਫ ਇਮਿਊਨਾਈਜੇਸ਼ਨ ਪੁੱਛ ਲੈਣ ਤਾਂ ਕਿਹੜੇ ਵਾਲਾ, ਐਡਵਰਡ ਜੈਨਰ। ਔਰ ਐਂਥ੍ਰੈਕਸ, ਚਿਕਨ ਪੌਕਸ, ਕੋਲੇਰਾ ਤੇ ਰੈਬਿਜ਼ ਨਾਮ ਦੇ ਜਿਹੜੀਆਂ ਬਣਾਈਆਂ ਵੈਕਸੀਨ ਕਿੰਨੇ ਬਣਾਈਆਂ ਸੀਗੀਆਂ, ਲੂਇਸ ਪਾਸਚਰ ਨੇ। ਹੁਣ ਵੈਕਸੀਨ ਦੀਆਂ ਵੀ ਟਾਈਪਸ ਹੈਗੀਆਂ ਆਪਣੇ ਕੋਲ, ਪੁੱਛ ਲੈਂਦੇ ਆ ਕਿਹੜੇ ਵਾਲੀ ਵੈਕਸੀਨ ਕਿਸ ਟਾਈਪ ਦੀ ਹੈ। ਲਾਈਵ ਵੈਕਸੀਨਸ ਕਿਹੜੀਆਂ ਹੈਗੀਆਂ ਜਿਸ ਦੇ ਵਿੱਚ ਆਪਾਂ ਕੀ ਕਰਦੇ ਹਾਂ, ਨੈਚੁਰਲ ਐਂਡ ਅਟੈਨੂਏਟਡ, ਮਤਲਬ ਵੀਕੈਂਡ ਵਾਲੇ ਮਾਈਕਰੋਬ ਬੋਡੀ ਦੇ ਵਿੱਚ ਇੰਜੈਕਟ ਕਰਕੇ ਬੋਡੀ ਤੋਂ ਐਕਚੁਅਲੀ ਐਂਟੀਬੋਡੀ ਬਣਵਾਈਆਂ ਜਾਂਦੀਆਂ। ਤਾਂ ਉਸ ਲਈ ਜਿਹੜੀਆਂ ਵੈਕਸੀਨ ਹੈਗੀਆਂ ਕਿਹੜੇ ਵਾਲੀਆਂ ਹੈਗੀਆਂ, ਸਮਾਲ ਪੌਕਸ। ਸਮਾਲ ਪੌਕਸ ਦੇ ਵਿੱਚ ਵੀ ਕਰੇ ਜਾਂਦੇ ਆ ਅਟੈਨੂਏਟਡ ਐਂਟੀਜਨ ਨੂੰ ਐਂਟਰ ਕਰਿਆ ਜਾਂਦਾ ਬੋਡੀ ਦੇ ਅੰਦਰ, ਜਾਂ ਫਿਰ ਨੈਚੁਰਲੀ ਮਤਲਬ ਵੀਕੈਂਡ ਵਾਲੇ ਮਾਈਕਰੋਬ ਬੋਡੀ ਦੇ ਅੰਦਰ ਡਾਲੇ ਜਾਂਦੇ ਆ, ਜਿਸ ਨਾਲ ਕੀ ਹੁੰਦਾ ਸਮਾਲ ਪੌਕਸ ਦੇ ਅਗੇਂਸਟ ਐਂਟੀਬੋਡੀ ਬੋਡੀ ਦੇ ਵਿੱਚ ਹੀ ਬਣੇਗੀ। BCG ਬੈਸਿਲਸ ਕਲਮੇਟ ਯੂਰਿਨ। OP ਔਰਲ ਪੋਲੀਓ ਵੈਕਸੀਨ ਜਿਹੜੀ ਹੈਗੀ ਆ ਸੈਬਿਨ, ਔਰਲ ਪੋਲੀਓ ਵੈਕਸੀਨ ਜਿਹੜੀ ਹੈ ਸੈਬਿਨ, ਇਹ ਵੀ ਕੀ ਹੈ ਇੱਕ ਤਰ੍ਹਾਂ ਦੀ ਅਟੈਨੂਏਟਡ ਹੈ ਜਾਂ ਫਿਰ ਨੈਚੁਰਲੀ ਜਾਂ ਵੀਕੈਂਡ ਮਾਈਕਰੋਸ ਤੋਂ ਬਣਾਈ ਜਾਂਦੀ ਹੈ। ਆ ਜਿਹੜੇ ਵੈਕਸੀਨ ਦੇ ਰੱਖੀਆਂ ਇਹ ਵੀਕੈਂਡ ਵਾਲੇ ਮਾਈਕਰੋਸ ਹੀ ਬੋਡੀ ਦੇ ਵਿੱਚ ਇੰਜੈਕਟ ਕਰੇ ਜਾਂਦੇ ਆ, ਜਾਂ ਆਪਾਂ ਕਹਿੰਦੇ ਅਟੈਨੂਏਟਡ ਮਾਈਕਰੋਸ ਤੋਂ ਹੀ ਬਣਾਏ ਗਏ ਆ। MMR ਮੀਜ਼ਲਸ, ਮਮਸ ਐਂਡ ਰੂਬੇਲਾ। ਥੋੜੀ ਅੱਗੇ ਮਮਸ ਬਾਰੇ ਥੋੜਾ ਗਲਤ ਦੱਸ ਗਿਆ ਸੀ, ਮਿਸਕਨਸੈਪਸ਼ਨ ਸੀ। ਟੌਨਸਿਲ ਜਿਹੜੇ ਹੁੰਦੇ ਆ, ਟੌਨਸਿਲ
ਟੌਨਸਿਲ ਮੈਂ ਪੈਰੋਟਿਡ ਗਲੈਂਡ ਦੀ ਕਿਹਾ ਸੀਗਾ। ਪੈਰੋਟਿਡ ਗਲੈਂਡ ਜਿਹੜੀ ਹੈ, ਪੈਰੋਟਿਡ ਗਲੈਂਡ ਦੀ ਜਿਹੜੀ ਇਨਫੈਕਸ਼ਨ ਹੈਗੀ ਸੀ, ਪੈਰੋਟਿਡ ਗਲੈਂਡ ਦੀ ਜਿਹੜੀ ਇਨਫੈਕਸ਼ਨ ਹੈ ਉਸ ਨੂੰ ਟੌਨਸਿਲਸ ਕਿਹਾ ਜਾਂਦਾ। ਆਪਣੇ ਜਿਹੜੇ ਗਲੇ ਦੇ ਵਿੱਚ ਥੋੜੇ ਤੋਂ ਆਪਣੇ ਕੀ ਹੋ ਜਾਂਦੇ ਆ, ਗਲਪੇੜੇ ਜਿਹੇ ਨਿਕਲ ਜਾਂਦੇ ਆ, ਜਿਸ ਨਾਲ ਮੂੰਹ ਖੋਲਣ ਦੇ ਵਿੱਚ ਜਾਂ ਬੋਲਣ ਦੇ ਵਿੱਚ ਦਿੱਕਤ ਹੁੰਦੀ ਹੈ, ਉਹ ਪੈਰੋਟਿਡ ਗਲੈਂਡ ਦੀ ਜਿਹੜੀ ਹੈ ਇਨਫੈਕਸ਼ਨਸ ਕਰਕੇ ਹੁੰਦੀ ਹੈ, ਔਰ ਉਸਨੂੰ ਟੌਨਸਿਲਸ ਕਿਹਾ ਜਾਂਦਾ। ਮਮਸ ਵਿੱਚ ਕੀ ਹੁੰਦਾ, ਬੋਡੀ ਦੇ ਉੱਪਰ ਛੋਟੇ ਜਿੱਦਾਂ ਆਪਾਂ ਕਹਿੰਦੇ ਹੁੰਦੇ ਪਾਣੀ ਵਾਤੇ ਨਿਕਲ ਜਾਂਦੇ ਆ, ਮਮਸ ਵਿੱਚ ਆਹ ਵਾਲੀ ਚੀਜ਼ ਆਏਗੀ। ਮੀਜ਼ਲਸ, ਮਮਸ ਤੇ ਰਬੇਲਾ, ਇਸ ਦੀ ਵੀ ਕੀ ਕरेंगे, ਅਟੈਨੂਏਟਡ ਜਾਂ ਫਿਰ ਨੈਚੁਰਲੀ ਜਾਂ ਵੀਕਨ ਮਾਈਕਰੋਬਸ ਬੋਡੀ ਦੇ ਵਿੱਚ ਵੈਕਸੀਨ ਦੇ ਰੂਪ ਵਿੱਚ ਐਂਟਰ ਕਰੇ ਜਾਂਦੇ ਆ। ਇਹ ਸਾਰੀਆਂ ਇਹ ਜਿਹੜੀਆਂ ਸੀ ਇਹ ਲਾਈਵ ਵੈਕਸੀਨ ਸੀਗੀਆਂ। ਲਾਈਵਸ ਮਤਲਬ ਕਿ ਜਿਸ ਦੇ ਵਿੱਚ ਵੀਕਨ ਵਾਲੇ ਮਾਈਕਰੋਬਸ ਐਂਟਰ ਕਰਾਏ ਜਾਂਦੇ ਆ। ਸੋ ਵੀਕਨ ਵਾਲੇ ਮਾਈਕਰੋਬਸ ਤੋਂ ਵੈਕਸੀਨ ਬਣਾਈ ਗਈ ਹੈ। ਨੈਕਸਟ ਹੈ ਕਿਲਡ ਵੈਕਸੀਨ। ਇਸ ਦੇ ਵਿੱਚ ਇਨਐਕਟਿਵ ਜਿਹੜੇ ਮਾਈਕਰੋਬ ਹੋਣਗੇ ਜਾਂ ਫਿਰ ਕਿਲਡ ਮਾਈਕਰੋਬ ਹੋਣਗੇ ਉਹਨਾਂ ਤੋਂ ਬਣੀਆਂ ਹੋਈਆਂ। ਸਾਕ ਪੋਲੀਓ, ਸਾਕ ਪੋਲੀਓ ਵੀ ਕੀ ਹੈ ਆਪਣੇ ਕੋਲ, ਇਨਐਕਟਿਵ ਜਾਂ ਫਿਰ ਕਿਲਡ ਮਾਈਕਰੋਬ ਤੋਂ ਇਹ ਵਾਲੀ ਵੈਕਸੀਨ ਤਿਆਰ ਕਰੀ ਗਈ। ਵੂਪਿੰਗ ਕਫ, ਉਹਦੇ ਵਿੱਚ ਵੀ ਕੀ ਹੈ, ਇਹ ਵਾਲੀ ਵੀਗਨ ਤੋਂ ਬਣੀ ਹੋਈ ਆ। ਨੈਕਸਟ ਹੈ ਟੈਬ ਫਾਰ ਟਾਈਫਾਇਡ। ਰੈਬਿਸ, ਰੈਬਿਸ ਦੇ ਵਿੱਚ ਵੀ ਕਿਹੜੇ ਵਾਲੀ ਹੈਗੀ ਆ, ਕਿਲਡ ਵਾਲੇ ਹੀ ਰੈਬਿਸ ਵਾਇਰਸ ਤੋਂ ਬਣਾਈ ਗਈ ਹੈ ਵਾਲੀ। ਇਨਫਲੂਐਂਜ਼ਾ ਹੋ ਗਿਆ, ਨਿਮੋਨੀਆ, ਕੋਲੇਰਾ, ਇਹ ਸਾਰੀਆਂ ਜਿਹੜੀਆਂ ਵੈਕਸੀਨ ਬਣੀਆਂ ਹੋਈਆਂ ਇਹ ਕਿਲਡ ਵਾਲੇ ਮਾਈਕਰੋਬ ਤੋਂ ਹੀ ਬਣਾਈਆਂ ਗਈਆਂ। ਜਿੰਨੀਆਂ ਵੈਕਸੀਨ ਹੈ ਕਿਲਡ ਵਾਲੇ। ਅੱਗੇ ਟੌਕਸੋਇਡ ਵੈਕਸੀਨਸ। ਟੌਕਸੋਇਡ ਵੈਕਸੀਨ ਕੀ ਹੈਗੀਆਂ, ਜਿੱਦਾਂ ਟੈਟਨਸ ਹੋ ਗਿਆ, ਡਿਪਥੀਰੀਆ ਹੋ ਗਿਆ ਐਂਡ ਬੋਟੂਲਿਜ਼ਮ ਹੋ ਗਿਆ, ਟੌਕਸੋਇਡਸ ਤੋਂ ਬਣਾਈਆਂ ਗਈਆਂ ਵਾਲੀਆਂ। ਨੈਕਸਟ ਹੈ ਰਿਕੰਬੀਨੈਂਟ। ਇਹਦੇ ਵਿੱਚ ਕੀ ਕਰਿਆ ਜਾਂਦਾ, ਡੀਐਨਏ ਨੂੰ ਹੀ ਕੀ ਡੀਐਨਏ ਦੇ ਵਿੱਚ ਕੁਝ ਜੈਨੇਟਿਕਲ ਇੰਜੀਨੀਅਰਿੰਗ ਦੇ ਬੇਸ ਤੇ ਕੀ ਕਰੀਆਂ ਜਾਂਦੀਆਂ, ਚੇਂਜਸ ਕਰੀਆਂ ਜਾਂਦੀਆਂ। ਜਿੱਦਾਂ ਹੈਪੇਟਾਈਟਸ ਬੀ, ਇਹ ਇੱਕ ਜੈਨੇਟਿਕਲ ਡਿਸਆਰਡਰ ਹੈ ਜਾਂ ਆਪਾਂ ਡਿਸੀਜ਼ ਕਹਿ ਸਕਦੇ ਹਾਂ, ਤਾਂ ਇਸ ਨੂੰ ਰਿਕੰਬੀਨੈਂਟ ਐਂਟੀਜਨ ਵੈਕਸੀਨ ਦੇ ਜ਼ਰੀਏ ਹੀ ਕੀ ਕਰਿਆ ਜਾਂਦਾ। ਹੈਪੇਟਾਈਟਸ ਬੀ ਵੈਕਸੀਨ ਪ੍ਰੋਡਿਊਸ ਫਰੋਮ ਦੀ ਟ੍ਰਾਂਸਜੈਨਿਕ ਈਸਟ ਥਰੂ ਆਰਡੀਟੀ, ਰਿਕੰਬੀਨੈਂਟ ਡੀਐਨਏ ਟੈਕਨੋਲੋਜੀ, ਯਾਨੀ ਕਹਿੰਦੇ ਆ ਰਿਕੰਬੀਨੈਂਟ ਡੀਐਨਏ ਟੈਕਨੋਲੋਜੀ। ਇਹ ਆਪਾਂ ਚੈਪਟਰ ਕਰਾਂਗੇ ਜਦੋਂ ਬਾਇਓਟੈਕਨੋਲੋਜੀ ਆਏਗਾ, ਤਾਂ ਉਸ ਦੇ ਵਿੱਚ ਆਪਾਂ ਆ ਚੀਜ਼ ਕਰਾਂਗੇ, ਰਿਕੰਬੀਨੈਂਟ ਜੈਨੇਟਿਕਲ ਇੰਜੀਨੀਅਰਿੰਗ। ਤਾਂ ਉਸ ਦੇ ਵਿੱਚ ਇਹ ਵੈਕਸੀਨ ਤਿਆਰ ਕਰੀ ਗਈ ਆ ਕਿ ਡੀਐਨਏ ਦੇ ਕੁਝ ਪਾਰਟ ਨੂੰ ਕੱਟ ਕੇ ਸਪੈਸੀਫਿਕਲੀ ਕਿਸੇ ਬੋਡੀ ਦੇ ਅੰਦਰ ਉਸ ਨੂੰ ਇੰਜੈਕਟ ਕਰਕੇ, ਜਾਂ ਕਿਸੇ ਪਹਿਲਾਂ ਜੋ ਪਾਰਟ ਚਾਹੀਦਾ ਹੁੰਦਾ ਕਿਸੇ ਵੀ ਵੈਕਸੀਨ ਜਾਂ ਕਿਸੇ ਪ੍ਰੋਟੀਨ ਜੋ ਰਿਕੁਆਇਰਡ ਪ੍ਰੋਟੀਨ ਹੁੰਦੀ ਹੈ, ਉਸ ਰਿਕੁਆਇਰਡ ਪ੍ਰੋਟੀਨ ਨੂੰ ਬਣਾਉਣ ਵਾਲੀ ਜਿਹੜੀ ਜੀਨ ਹੋਏਗੀ, ਉਸ ਜੀਨ ਨੂੰ ਕੀ ਕਰ ਲਿਆ ਜਾਂਦਾ, ਕੱਟ ਕਰ ਲਿਆ ਜਾਂਦਾ, ਔਰ ਕੱਟ ਕਰਕੇ ਉਨੇ ਪੋਰਸ਼ਨ ਨੂੰ ਕੀ ਕਰ ਲਿਆ ਜਾਂਦਾ, ਕਿਸੇ ਦੂਜੇ ਸੈੱਲ ਦੇ ਵਿੱਚ ਇਨਸਰਟ ਕਰਿਆ ਜਾਏਗਾ। ਇਨਸਰਟ ਕਰਤਾ, ਜੋ ਕੱਟ ਜੀਨ ਕਰੀ ਹੋਈ ਆ ਉਹਨੂੰ ਕੀ ਕਰਤਾ, ਇਨਸਰਟ ਕਰਤਾ। ਇਨਸਰਟ ਕਰਕੇ ਜਦੋਂ ਇਹ ਕਾਪੀਜ਼ ਬਣਨਗੀਆਂ ਬਹੁਤ ਸਾਰੀਆਂ ਇਸ ਦੀਆਂ, ਔਰ ਇਦਾਂ ਦੇ ਜੀਵ ਦੇ ਵਿੱਚ ਇਨਸਰਟ ਕਰਿਆ ਜਾਂਦਾ ਜੋ ਐਕਚੁਅਲੀ ਡਿਵਾਈਡ ਹੁੰਦੇ ਜਾਣ, ਜਿਨ੍ਹਾਂ ਦੀ ਜਿਹੜੀ ਡਿਵਾਈਡੇਸ਼ਨ ਹੈ ਉਹ ਬਹੁਤ ਫਾਸਟ ਹੋਏ। ਜਿੱਦਾਂ ਈਸਟ ਹੋ ਗਿਆ ਜਾਂ ਬੈਕਟੀਰੀਆ ਸੈੱਲ ਨੂੰ ਹੀ ਚੂਜ਼ ਕਰਿਆ ਜਾਂਦਾ ਜਿਸ ਦੇ ਵਿੱਚ ਆ ਕੱਟ ਕਰੀ ਹੋਈ ਜੀਨ ਜਿਹੜੇ ਵਾਲੀ ਆਪਾਂ ਨੂੰ ਪ੍ਰੋਟੀਨ ਚਾਹੀਦੀ ਹੈ, ਉਹ ਜੀਨ ਦਾ ਪੋਰਸ਼ਨ ਉਹਨਾਂ ਕੱਟ ਕਰਕੇ ਜਾਂ ਤਾਂ ਬੈਕਟੀਰੀਆ ਜਾਂ ਫਿਰ ਫੰਗਸ ਦੇ ਵਿੱਚ ਉਸ ਨੂੰ ਇਨਸਰਟ ਕਰਕੇ, ਫਿਰ ਜਦੋਂ ਉਹਦੀਆਂ ਲਾਰਜ ਕਾਪੀਜ਼ ਬਣਨਗੀਆਂ ਤਾਂ ਉਸ ਦੇ ਨਾਲ ਕੀ ਕਰੇਗਾ, ਪ੍ਰੋਟੀਨ ਵੀ ਲਾਰਜ ਵਾਲੀ ਬਣੇਗੀ, ਪ੍ਰੋਟੀਨ ਵੀ ਕੀ ਬਣੇਗੀ, ਲਾਰਜ ਅਮਾਊਂਟ ਵਿੱਚ ਬਣੇਗੀ। ਤਾਂ ਇੱਦਾਂ ਦੀ ਜਿਹੜੇ ਵੈਕਸੀਨ ਬਣਾਈਆਂ ਜਾਂਦੀਆਂ ਜੈਨੇਟਿਕਲ ਇੰਜੀਨੀਅਰਿੰਗ ਦੇ ਜ਼ਰੀਏ, ਤਾਂ ਉਸ ਨੂੰ ਆਪਾਂ ਕਹਿੰਦੇ ਆ ਰਿਕੰਬੀਨੈਂਟ ਐਂਟੀਜਨ ਵੈਕਸੀਨਸ। ਕਿਉਂਕਿ ਪ੍ਰੋਟੀਨ ਜਿਹੜੀ ਹੈਗੀ ਹੈ ਇੱਕ ਤਰ੍ਹਾਂ ਦੀ ਐਂਟੀਬੋਡੀ ਹੀ ਹੁੰਦੀ ਹੈ, ਐਂਟੀਬੋਡੀ ਕੀ ਇੱਕ ਤਰ੍ਹਾਂ ਦੀ ਪ੍ਰੋਟੀਨਸ ਹੀ ਹੁੰਦੀਆਂ। ਤਾਂ ਪ੍ਰੋਟੀਨ ਵਾਲੀ ਜੀਨ ਕੱਟ ਕਰਕੇ ਕਿਸੇ ਇੱਦਾਂ ਦੇ ਮਾਈਕਰੋਬਸ ਦੇ ਵਿੱਚ ਐਂਟਰ ਕਰੀ ਜਾਂਦੀ ਜੋ ਕੀ ਕਰਦੇ ਐਕਚੁਅਲੀ ਡਿਵਾਈਡ ਹੁੰਦੇ ਆ ਬਹੁਤ ਘੱਟ ਟਾਈਮ ਦੇ ਵਿੱਚ, ਥੋੜੇ ਟਾਈਮ ਦੇ ਵਿੱਚ ਡਿਵਾਈਡ ਹੋਣਗੇ, ਔਰ ਜਿੱਦਾਂ ਉਹ ਡਿਵਾਈਡ ਹੁੰਦੇ ਜਾਣਗੇ ਤਾਂ ਉਨੀ ਹੀ ਜ਼ਿਆਦਾ ਲਾਰਜ ਨੰਬਰ ਵਿੱਚ ਪ੍ਰੋਟੀਨ ਵੀ ਬਣੇਗੀ ਉਸ ਕੱਟ ਸੈਕਸ਼ਨ ਵਾਲੀ ਜੀਨ ਤੋਂ। ਤਾਂ ਫਿਰ ਉਸ ਵਾਲੀ ਪ੍ਰੋਟੀਨ ਨੂੰ ਕੀ ਕਰਿਆ ਜਾਂਦਾ, ਕਲੈਕਟ ਕਰਕੇ ਉਸ ਦੀ ਵੈਕਸੀਨ ਬਣਾਈ ਜਾਂਦੀ ਹੈ। ਤਾਂ ਇਹ ਕਿਹੜੇ ਰਿਕੰਬੀਨੈਂਟ ਐਂਟੀਜਨ ਵੈਕਸੀਨ ਕਿਹਦੇ ਲਈ ਵਰਤੀ ਜਾਂਦੀ, ਹੈਪੇਟਾਈਟਿਸ ਬੀ ਵੈਕਸੀਨ ਦੇ ਰੂਪ ਵਿੱਚ ਵਰਤੀ ਜਾਂਦੀ ਹੈ। ਤੇ ਇਸੇ ਸਾਰੇ ਡਿਫਰੈਂਟ ਟਾਈਪਸ ਆਫ ਵੈਕਸੀਨਸ, ਤੇ ਤੁਸੀਂ ਯਾਦ ਰੱਖਣਾ ਕਿ ਲਾਈਵ ਵੈਕਸੀਨ ਕਿਹੜੇ ਵਾਲੀਆਂ, ਕਿਲਡ ਵੈਕਸੀਨ ਕਿਹੜੇ ਵਾਲੀਆਂ,
ਟੈਕਸੋਇਡ ਵੈਕਸੀਨ ਕਿਹੜੇ ਵਾਲੀ ਔਰ ਕੰਬੀਨੈਂਟ ਐਂਟੀਜਨ ਵੈਕਸੀਨ ਕਿਹੜੇ ਵਾਲੀ। ਅੱਜ ਦੀ ਕਲਾਸ ਇੰਨਾ ਹੀ, ਕੋਈ ਡਾਊਟ ਹੋਏ ਤਾਂ ਪੁੱਛ ਸਕਦੇ ਹੋ। ਥੈਂਕ ਯੂ ਬੱਚੇ।